साहिब जी। गुरु नानक अंगद गुरु, अमरदास पद बंद। रामदास अर्जुन गुरु, बाल श्री हर गोबिंद। हरे राय हरे कृष्ण गुर, तेग बहादुर चंद। दसवें गोबिंद सिंह गुरु, नमो चरण अरविंद। एकंकार सतगुरु, तेह प्रसाद सच होए। वाहिगुरु जी की फतेह, विघ्न विनाशन सोए। सतनाम श्री वाहिगुरु साहिब जी दूरा। बैठन में प्रसाद में, पैरण में हुए रोग। खेलन में जीवत में कार, सथेर में कहू अरोग दूरा। बैठन में प्रसाद में, पैरण में हुए रोग। वाहिगुरु जी का खालसा, वाहिगुरु जी की फतेह। जुगो जुग अटल, गुरता गदी ते सुभाएमान। दसां पातशाहियां दी आत्मक जोत, राजान राज भानान भान। देवान देव उपमा महान सतगुरु साहिब श्री गुरु ग्रंथ साहिब जी महाराज जी दी पावन पवित्र हजूरी अंदर बड़ी प्यारी गुरु सवारी साध संगत जीओ। सतगुरां दा सोहना सुंदर दीवान सजिया है, जिथे अज श्री अखंड पाठ साहिब दे भोग तो उपरंत दिन दे दीवान सजे। अमृत वेले तो ही पहले जिहड़े अमृत वेले दे दीवान सजे, पूरा दिन भर संगतां दी आमद गुरुद्वारा शहीदां तलन साहिब जलंधर विखे रही है। उत्थे संध्या दा दीवान सजिया। रहरास साहिब जी दे पाठ, गुरबाणी दे कीर्तन, गुरु की हाजर हजूरी विच गुरु के प्यारियां ने कीते हन। उपरंत लड़ीवार इतिहास दी कथा श्री गुरप्रताप सूरज ग्रंथ भाई साहब भाई संतोख सिंह जी द्वारा रचित दसे पातशाहियां दा इतिहास, जिहड़ा कि सिख कौम दे कोल एक बड़ा वड्डा अमोलक खजाना है। तिस दे विचों सतगुरु श्री गुरु गोबिंद सिंह साहब महाराज 10वें पातशाह जी का इतिहास आपां सरवण कर रहे सी। पंजवीं रुत दे विच ये विशंबर दास का प्रसंग, विशंबर दास ने अपने पुत्र हरगोपाल दे नाल सतगुरु जी दे चरनां दे विच आउणा, दोबारा हरगोपाल नूं लैके आउणा,
ਕਿਉਂਕਿ ਪਹਿਲਾਂ ਉਹ ਇਕੱਲਾ ਹੀ ਸਤਿਗੁਰ ਦੇ ਦਰਸ਼ਨ ਕਰਕੇ ਚਲਿਆ ਗਿਆ ਸੀ। ਸ਼ਰਧਾ ਤੋਂ ਹੀਣਾ ਹੋਣ ਕਰਕੇ ਗੁਰੂ ਘਰ ਵਿੱਚੋਂ ਮਿਲੇ ਭਾਵਨਾ ਦੇ ਬਖਸ਼ਿਸ਼ ਦੇ ਵਚਨ ਉਹ ਰਾਹ ਜਾਂਦਾ ਹੋਇਆ ਭਾਈ ਧਿਆਨ ਸਿੰਘ ਨੂੰ ਵੇਚ ਗਿਆ ਸੀ 600 ਰੁਪਏ ਦੇ ਵਿੱਚ। ਬਾਅਦ ਵਿੱਚ ਉਹਨੇ ਬਹੁਤ ਵੱਡਾ ਕਾਰੋਬਾਰ ਕਰ ਲਿਆ ਇਹਨਾਂ ਰੁਪਈਆਂ ਦੇ ਨਾਲ ਹੀ, ਪਰ ਫਿਰ ਇੱਕਦਮ ਘਾਟਾ ਪੈ ਗਿਆ। ਕੰਗਾਲ ਹੋ ਕੇ ਵਿਸ਼ੰਬਰ ਦਾਸ ਸਮੁੱਚੇ ਪਰਿਵਾਰ ਦੇ ਸਮੇਤ ਗੁਰੂ ਚਰਨਾਂ ਵਿੱਚ ਆ ਹਾਜ਼ਰ ਹੋਇਆ। ਪਿਛਲੀ ਗਲਤੀ ਦੀ ਖਿਮਾ ਮੰਗੀ ਤੇ ਦੁਬਾਰਾ ਸਤਿਗੁਰੂ ਜੀ ਤੋਂ ਇਹ ਸ਼ਰਧਾ ਭਾਵਨਾ ਦਾ ਵਚਨ ਪ੍ਰਾਪਤ ਕਰ ਲਿਆ। ਘਰ ਦੇ ਵਿੱਚ ਮੁੜ ਤੋਂ ਲਹਿਰਾਂ ਬਹਿਰਾਂ ਹੋਣ ਦਾ ਵਰ ਸਤਿਗੁਰੂ ਨੇ ਦੇ ਦਿੱਤਾ ਕਿ ਧਨ ਸੰਪਦਾ ਬਹੁਤ ਤੇਰੇ ਘਰ ਦੇ ਵਿੱਚ ਹੋਵੇਗੀ। ਇਸੇ ਤਰ੍ਹਾਂ ਭਾਵਨਾ ਦੇ ਨਾਲ ਗੁਰੂ ਚਰਨਾਂ ਦੇ ਨਾਲ ਜੁੜਨਾ, ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਇਤਿਆਦਿਕ ਸਿੱਖਿਆਦਾਇਕ ਵਚਨ ਕਰਨ ਤੋਂ ਉਪਰੰਤ ਭਾਈ ਵਿਸ਼ੰਬਰ ਦਾਸ ਨੇ ਮੁੜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਿਨੈ ਕਰ ਦਿੱਤੀ ਕਿ ਸਤਿਗੁਰੂ ਜੀ, ਮੇਰਾ ਨਗਰ ਉਜੈਨਪੁਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਹੁਤ ਦੂਰ ਹੈ, ਸੋ ਇਸ ਕਰਕੇ ਵਾਰ-ਵਾਰ ਆਉਣਾ ਬੜਾ ਮੁਸ਼ਕਲ ਹੈ, ਸਬੱਬ ਨਹੀਂ ਬਣਦਾ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਣ ਦਾ। ਆਪ ਜੀ ਅੱਜ ਹੀ ਕਿਰਪਾ ਕਰ ਦਿਓ, ਮੈਨੂੰ ਇਹ ਭੇਦ ਸਮਝਾ ਦਿਓ ਕਿ ਅਰਦਾਸ ਕਿਵੇਂ ਕਰਨੀ ਆ, ਉਹਦੀ ਮਰਿਆਦਾ ਕੀ ਹੋਵੇ, ਕਿਸ ਤਰ੍ਹਾਂ ਦੇ ਸਿੱਖ ਅਰਦਾਸ ਵਿੱਚ ਹਾਜ਼ਰ ਹੋਣੇ ਚਾਹੀਦੇ ਹੈ ਤੇ ਕਿਸ ਤਰ੍ਹਾਂ ਮਰਿਆਦਾ ਦੇ ਸਹਿਤ ਅਰਦਾਸ ਹੋਵੇ, ਕਿਵੇਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਜਾਵੇ, ਕਿਵੇਂ ਉਹਦੇ ਕੋਲ ਜਪਜੀ ਸਾਹਿਬ ਦਾ ਪਾਠ ਕੀਤਾ ਜਾਵੇ। ਵਿਸ਼ੇਸ਼ ਕਾਰਜ ਦੇ ਲਈ ਅਰਦਾਸ ਕਰਨੀ ਹੈ ਤਾਂ ਸਤਿਗੁਰਾਂ ਨੇ ਦੱਸਿਆ ਕਿ ਆਨੰਦ ਸਾਹਿਬ ਸੰਪੂਰਨ 40 ਪੌੜੀਆਂ ਦੇ 3 ਪਾਠ ਕਰਕੇ ਫਿਰ ਅਰਦਾਸ ਕਰਾਵੇ, ਭਾਵਨਾ ਪੂਰੀ ਹੋਵੇਗੀ। ਫਿਰ ਆਖਿਆ ਮਹਾਰਾਜ ਅਰਦਾਸਾਂ ਕਿੰਨੇ ਪ੍ਰਕਾਰ ਦੀਆਂ, ਕਿਹੜੀ ਅਰਦਾਸ ਕਦੋਂ ਕਰਨੀ ਚਾਹੀਦੀ ਹੈ। ਤਾਂ ਗੁਰੂ ਮਹਾਰਾਜ ਜੀ ਨੇ ਲਗਾਤਾਰ ਫਿਰ ਭਾਈ ਵਿਸ਼ੰਬਰ ਦਾਸ ਨੂੰ 101 ਅਰਦਾਸਾਂ ਦੱਸੀਆਂ, ਜਿਹੜੀਆਂ ਵਿਸ਼ੇਸ਼ ਅਰਦਾਸਾਂ ਹਰ ਇੱਕ ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚ ਹੋਣੀਆਂ ਚਾਹੀਦੀਆਂ। ਅਰਦਾਸਾਂ ਦਾ ਹੋਰ ਵੀ ਬੇਅੰਤ ਹੈ, ਆਪਾਂ ਹਰ ਇੱਕ ਕਾਰਜ ਹੀ ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਆਰੰਭ ਕਰਨਾ ਹੈ, ਅਰਦਾਸ ਕਰਕੇ ਕਰਨਾ ਹੈ। ਪਰ ਜਿਹੜੀਆਂ ਪ੍ਰਮੁੱਖ 101 ਅਰਦਾਸਾਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਵਿਸ਼ੰਬਰ ਦਾਸ ਨੂੰ ਦੱਸ ਰਹੇ ਹੈ, ਜਿਹਦੇ ਵਿੱਚੋਂ ਆਪਾਂ ਪਹਿਲਾਂ ਸਰਵਣ ਕਰ ਲਈਆਂ। ਧਰਮ ਬੀਜ ਅਖੰਡ ਬ੍ਰਿਧ ਸਫਲ ਪੂਰ ਕਸ਼ਟ ਹਰੈ ਬੇਲੀ ਫਲੈ ਗੁਰ ਪੂਜਕ ਸਿਸ ਸੀਨ। ਔਰ ਇਸੇ ਪ੍ਰਕਾਰ ਇਹ 6 ਅਰਦਾਸਾਂ ਤੇ ਇਸ ਤੋਂ ਉਪਰੰਤ 8 ਹੈ ਭੋਜੈ ਪੀਨ। ਇਹਨਾਂ ਨੂੰ ਮੈਂ ਸੰਖੇਪ ਵਿੱਚ ਕਹਿ ਜਾਵਾਂ ਕਿ ਬਾਲਕ ਦੇ ਜਨਮ ਤੋਂ ਪਹਿਲਾਂ ਦੀਆਂ 3 ਅਰਦਾਸਾਂ, ਬਾਲਕ ਦੇ ਜਨਮ ਸਮੇਂ ਦੀਆਂ ਅਰਦਾਸਾਂ, ਉਸ ਤੋਂ ਬਾਅਦ ਬਾਲਕ ਨੂੰ ਮਾਤਾ ਨੇ ਜਿਸ ਵੇਲੇ ਦੁੱਧ ਲਾਉਣਾ ਉਸ ਵੇਲੇ ਦੀਆਂ ਅਰਦਾਸਾਂ, ਤੇ ਇਸੇ ਤਰ੍ਹਾਂ ਬਾਲਕ ਜਦੋਂ ਕੁਝ ਖਾਣ ਪੀਣ ਲੱਗ ਪਵੇ ਉਦੋਂ ਅਰਦਾਸ ਕਰਨੀ ਆ, ਮਹਾਰਾਜ ਇਹਦਾ ਸਰੀਰ ਤੰਦਰੁਸਤ ਰਹੇ, ਇਹ ਚੰਗੀ ਤਰ੍ਹਾਂ ਵਧੇ ਫੁੱਲੇ। ਤੇ ਇੱਕ ਅਰਦਾਸ ਉਦੋਂ ਕਰਨੀ ਹੈ ਜਦੋਂ ਗੁਰੂ ਘਰ ਦੇ ਵਿੱਚੋਂ ਸਿਰੋਂ ਪਾਉ ਲੈ ਕੇ ਸਤਿਗੁਰਾਂ ਦਾ ਵਰਤਿਆ ਹੋਇਆ ਕੋਈ ਵਸਤਰ ਬੱਚੇ ਦੇ ਸਿਰ ਦੇ ਉੱਤੇ ਸਿਰੋਂ ਪਾਉ ਵਜੋਂ ਬੰਨ੍ਹਣਾ। ਸੋ ਉਸ ਤੋਂ ਬਾਅਦ ਬਾਲਕ ਤੁਸ਼ਟ ਪੁਸ਼ਟ ਰਹੇ, ਪ੍ਰਸੰਨ ਰਹੇ ਤੇ ਇਹਦਾ ਸਰੀਰ ਅਰੋਗ ਰਹੇ, ਤਗੜਾ ਰਹੇ। ਇਹ ਅਰਦਾਸਾਂ ਕਰਨੀਆਂ। ਤੇ ਇਸੇ ਪ੍ਰਕਾਰ 11ਵੀਂ ਅਰਦਾਸ ਜਿਹੜੀ ਜਦੋਂ ਗੁਰੂ ਘਰ ਮੱਥਾ ਟਿਕਾਉਣ ਦੇ ਲਈ ਬਾਲਕ ਨੂੰ ਲੈ ਕੇ ਜਾਣਾ ਹੈ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਰਨੀ ਹੈ। ਇਹ ਅਰਦਾਸਾਂ ਬਾਰੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਭਾਈ ਵਿਸ਼ੰਬਰ ਦਾਸ ਨੂੰ ਦੱਸ ਰਹੇ ਹੈ। ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਨੂੰ ਲਿਖਤੀ ਰੂਪ ਦੇ ਕੇ ਸਮੁੱਚੀ ਸੰਗਤ ਨੂੰ ਦੱਸਣ ਦਾ ਪ੍ਰਬੰਧ ਕਰ ਦਿੱਤਾ। ਤੇ ਆਓ ਅੱਗੇ ਜਿਵੇਂ ਜਿਵੇਂ ਹੋਰ ਅਰਦਾਸਾਂ ਹੋਣੀਆਂ, ਕਿਹੜੀ ਅਰਦਾਸ ਕਦੋਂ ਕਰਨੀ ਹੈ, ਕਿਵੇਂ ਕਰਨੀ ਹੈ, ਅੱਜ ਦੀ ਕਥਾ ਦੇ ਪ੍ਰਸੰਗ ਦੇ ਵਿੱਚ ਸਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੂਰਾ ਬੈਠਨ ਮੈਂ ਪ੍ਰਸਾਦ ਮੈਂ ਪਹਿਰਨ ਮੈਂ ਹੋਏ ਰੋਗ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵਿਸ਼ੰਬਰ ਦਾਸਾ, ਜਦੋਂ ਬਾਲਕ ਬੈਠਣ ਲੱਗ ਪਵੇ ਉਦੋਂ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ, ਸ਼ੁਕਰ ਕਰਨਾ ਹੈ ਕਿ ਤੁਹਾਡੀ ਕਿਰਪਾ ਦੇ ਨਾਲ ਇਹ ਬਾਲਕ
ਹੁਣ ਬੈਠਣ ਲੱਗ ਪਿਆ, ਇਹਦੇ ਸਰੀਰ ਦਾ ਬਖਸ਼। ਜਦੋਂ ਬਾਲਕ ਪ੍ਰਸ਼ਾਦਾ ਛਕਣ ਲੱਗ ਪਵੇ, ਭੋਜਨ ਛਕਣ ਲੱਗ ਪਵੇ, ਉਸ ਵੇਲੇ ਵੀ ਅਰਦਾਸ ਕਰਨੀ ਹੈ ਕਿ ਤੁਹਾਡੀ ਕਿਰਪਾ ਦੇ ਨਾਲ ਇਹ ਛਕਣ ਲੱਗ ਪਿਆ, ਇਹਦਾ ਛਕਿਆ ਹੋਇਆ ਅੰਨ ਇਹਦੇ ਸਰੀਰ ਨੂੰ ਲੱਗੇ। ਪਹਿਰਨ ਮੈਂ, ਜਦੋਂ ਬਾਲਕ ਨੂੰ ਕੱਪੜੇ ਪਹਿਨਾਉਣੇ ਹੈ, ਵਸਤਰ ਪਹਿਨਾਉਣੇ ਹੈ, ਉਦੋਂ ਵੀ ਅਰਦਾਸ ਕਰਨੀ ਹੈ। ਮਹਾਰਾਜ ਤੇਰਾ ਦਿੱਤਾ ਹੋਇਆ ਖਾ ਰਹੇ ਆ, ਛਕ ਰਹੇ ਆ, ਤੇ ਤੇਰਾ ਦਿੱਤਾ ਹੋਇਆ ਪਹਿਨ ਰਹੇ ਆ। ਇਹ ਅਰਦਾਸ ਬੇਨਤੀ ਗੁਰੂ ਚਰਨਾਂ ਦੇ ਵਿੱਚ ਕਰਨੀ ਹੈ। ਗੁਰੂ ਦਾ ਸ਼ੁਕਰ ਕਰਨਾ ਹੈ ਤੇ ਅਗਾਂਹ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਕਿਰਪਾ ਦੀ ਬਖਸ਼ਿਸ਼ ਦੀ ਮੰਗ ਕਰਨੀ ਹੈ। ਹੋਏ ਰੋਗ ਹਮੇਸ਼ਾ ਇਹ ਅਰੋਗ ਰਹੇ। ਜੇ ਕੋਈ ਰੋਗ ਹੋ ਜਾਵੇ ਤਾਂ ਇਹਦੀ ਬਿਮਾਰੀ ਹਟ ਜਾਵੇ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੀਆਂ ਹੋਰ ਅਰਦਾਸਾਂ ਦਾ ਸਾਥੀਆਂ ਨਾਲ ਬਾਹਰ ਖੇਡਣ ਲਈ ਜਾ ਰਿਹਾ ਹੈ, ਆਪ ਜੀ ਕਿਰਪਾ ਕਰਿਓ ਇਹਨੂੰ ਖੇਡਦਿਆਂ ਨੱਠਦਿਆਂ ਕੁੱਦਦਿਆਂ ਕੋਈ ਸੱਟ ਵਗੈਰਾ ਨਾ ਲੱਗ ਜਾਵੇ। ਇਹ ਅਰਦਾਸ ਕਰਨੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਔਰ ਇਸ ਤੋਂ ਅਗਲੀ ਅਰਦਾਸ ਸਥਿਰ ਮੈਂ ਕਹੋ ਅਰੋਗ। ਜਦੋਂ ਸਥਿਰ ਹੋਣਾ ਟਿਕਣਾ, ਭਾਵ ਰਾਤ ਦੇ ਵਿਸ਼ਰਾਮ ਦੇ ਸਮੇਂ, ਰਾਤਰੀ ਵਿਸ਼ਰਾਮ ਦੇ ਸਮੇਂ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਹੇ ਗਰੀਬ ਨਵਾਜ, ਆਪ ਜੀ ਦੀ ਕਿਰਪਾ ਸਦਕਾ 4 ਪਹਿਰ ਦਿਨ ਸੁੱਖ ਆਰਾਮ ਦੇ ਨਾਲ ਬਤੀਤ ਹੋਇਆ। ਰਾਤ ਆਈ ਹੈ, ਆਪ ਜੀ ਨੇ ਸੁੱਖ ਆਰਾਮ ਨਾਲ ਬਤੀਤ ਕਰਨੀ। ਸਵੇਰ ਦਾ ਵੇਲਾ ਹੋਵੇ, ਆਪ ਜੀ ਅੰਮ੍ਰਿਤ ਵੇਲਾ ਬਖਸ਼ਿਸ਼ ਕਰਿਓ। ਅਸੀਂ ਨਾਮ ਬਾਣੀ ਦੇ ਨਾਲ ਜੁੜੀਏ। ਇਹ ਸਥਿਰ ਹੋਣ ਵੇਲੇ, ਟਿਕਣ ਵੇਲੇ, ਭਾਵ ਰਾਤਰੀ ਦੇ ਸਮੇਂ ਆਰਾਮ ਕਰਨ ਵੇਲੇ, ਵਿਰਾਜਣ ਵੇਲੇ ਅਰਦਾਸ ਕਰਨੀ ਹੈ। ਔਰ ਕਹੋ ਅਰੋਗ, ਤੇ ਇਹ ਬੇਨਤੀ ਕਰਨੀ ਹੈ ਮਹਾਰਾਜ ਸਾਡਾ ਬਾਲਕ, ਸਾਡਾ ਜਿਹੜਾ ਬੱਚਾ ਹੈ, ਇਹ ਅਰੋਗ ਰਹੇ, ਭਾਵ ਰੋਗਾਂ ਤੋਂ ਰਹਿਤ ਰਹੇ, ਇਹਨੂੰ ਕੋਈ ਬਿਮਾਰੀ ਨਾ ਲੱਗੇ। ਇਸ ਪ੍ਰਕਾਰ ਅਰਦਾਸ ਕਰਨੀ ਹੈ। ਪੜ੍ਹਤੇ ਰਸਨਾ ਚੇਤ ਗੁਰ, ਪਹੁਲ ਗੁਰ ਘਰ ਮੇਲ। ਹਾਂਜੀ, ਜਦੋਂ ਪੜ੍ਹਨ ਪਾਉਣਾ ਹੈ ਬੱਚੇ ਨੂੰ ਸਕੂਲ ਦੇ ਵਿੱਚ, ਵਿਦਿਆਲੇ ਦੇ ਵਿੱਚ, ਤੇ ਉਦੋਂ ਅਰਦਾਸ ਕਰਨੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਸਾਡੇ ਬੱਚੇ ਨੂੰ ਵਿਦਿਆ ਦਾ ਦਾਨ ਬਖਸ਼ਿਸ਼ ਕਰੋ। ਕਿਉਂਕਿ ਵਿਦਿਆ ਗੁਰਮੁਖ ਪਿਆਰਿਓ ਪੜ੍ਹਤੇ ਰਸਨਾ ਚੇਤ, ਜਦੋਂ ਪੜ੍ਹਨ ਲੱਗੇ ਤੇ ਰਸਨਾ ਦੇ ਨਾਲ ਵਾਹਿਗੁਰੂ ਦਾ ਚੇਤਾ ਆਵੇ, ਇਹਨੂੰ ਇਹ ਅਰਦਾਸ ਕਰਨੀ ਹੈ। ਵਿਦਿਆ ਦੀ ਬਾਬਤ ਜੇ ਆਪਾਂ ਵਿਚਾਰ ਕਰੀਏ ਤੇ ਗੁਰਮੁਖ ਪਿਆਰਿਓ ਵਿਦਿਆ ਨੂੰ ਬਹੁਤ ਮਹਾਨਤਾ ਦੁਨੀਆ ਦੇ ਹਰ ਧਰਮ ਨੇ, ਦੁਨੀਆ ਦੇ ਹਰ ਪੰਥ ਨੇ, ਦੁਨੀਆ ਦੇ ਹਰ ਖੇਤਰ ਨੇ ਦਿੱਤੀ ਹੈ। ਕਿਉਂਕਿ ਜੇ ਵਿਦਿਆ ਨਹੀਂ ਤੇ ਆਮ ਆਪਾਂ ਇਹ ਕਹਾਵਤ ਸੁਣਦੇ ਆ ਕਿ ਵਿਦਿਆ ਤੋਂ ਬਿਨਾ ਮਨੁੱਖ ਪਸ਼ੂ ਦੇ ਸਮਾਨ ਹੈ, ਡੰਗਰ ਬਿਰਤੀ ਹੈ। ਪਰ ਵਿਦਿਆ ਨੂੰ ਪੜ੍ਹਨਾ ਤੇ ਪੜ੍ਹਨੀ ਵੀ ਵਿਚਾਰ ਕੇ, ਤੇ ਉਹ ਵਿਦਿਆ ਨੂੰ ਪੜ੍ਹ ਕੇ ਵਿਚਾਰ ਕੇ ਜੇ ਉਹ ਪਰ ਉਪਕਾਰ ਹਿਤ ਵਰਤੀ ਜਾਵੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ ਕਿ ਉਹ ਵਿਦਿਆ ਪੜ੍ਹੀ ਹੋਈ ਵੀ ਤੇਰੀ ਪ੍ਰਵਾਨ ਹੋ ਜਾਵੇਗੀ। ਜੇ ਤੂੰ ਪਰ ਉਪਕਾਰੀ ਤਾਂ ਹੀ ਮੰਨੀ ਜਾਏਗੀ ਵਿਦਿਆ ਕਿ ਤੂੰ ਪੜ੍ਹਿਆ ਹੈ, ਜੇ ਤੂੰ ਪਰ ਉਪਕਾਰ ਕਰਦਾ। ਆਪਣੇ ਲਈ ਤਾਂ ਹਰ ਕੋਈ ਪੜ੍ਹਦਾ, ਆਪਣੇ ਕੰਮਕਾਰ ਚਲਾਉਣ ਦੇ ਲਈ, ਆਪਣੀ ਬੁੱਧੀ ਨੂੰ ਤੀਖਣ ਕਰਨ ਦੇ ਲਈ, ਲੋਕਾਂ ਦੇ ਵਿੱਚ ਵਿਚਰਨ ਦੇ ਲਈ, ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ, ਕੋਈ ਦੇਸ਼ ਵਿਦੇਸ਼ ਜਾਣ ਦੇ ਲਈ। ਜਿਵੇਂ ਅੱਜ ਬਹੁਤ ਪ੍ਰਕਾਰ ਦੀ ਵਿਦਿਆ ਅੱਜ ਦੇ ਸਮੇਂ ਤਾਂ ਗੁਰਮੁਖ ਪਿਆਰੋ ਹੋ ਗਈ ਹੈ। ਪੁਰਾਤਨ ਸਮੇਂ ਤੋਂ ਵੀ ਵਿਦਿਆ ਤਾਂ ਬਹੁਤ ਪ੍ਰਕਾਰ ਦੀ ਸੀ, ਪਰ ਕਈ ਵਿਦਿਆ ਜਿਹੜੀਆਂ ਉਹ ਅਲੋਪ ਹੁੰਦੀਆਂ ਜਾ ਰਹੀਆਂ। ਜਿਵੇਂ ਆਪਾਂ ਮੇਰੇ ਖਿਆਲ ਪਰਸੋਂ ਜਾਂ ਚੌਥੇ ਵਿਚਾਰ ਕੀਤੀ ਸੀ ਕਿ ਅੱਜ ਜਿਹੜੀ ਸ਼ਾਸਤਰ ਵਿਦਿਆ ਉਹ ਸਾਡੇ ਕੋਲੋਂ ਅਲੋਪ ਹੁੰਦੀ ਜਾ ਰਹੀ ਹੈ। ਸ਼ਾਸਤਰ ਵਿਦਿਆ ਬਹੁਤ ਘੱਟ ਲੈ ਰਹੇ ਆ। ਸ਼ਾਸਤਰ ਵਿਦਿਆ ਵੱਲ ਵੀ, ਜਿਹੜੀ ਧਾਰਮਿਕ ਸ਼ਾਸਤਰਾਂ ਦੀ ਵਿਦਿਆ, ਉਧਰ ਵੀ ਸਾਡਾ ਰੁਝਾਨ ਘਟਦਾ ਜਾ ਰਿਹਾ, ਸਾਡੇ ਬੱਚੇ ਬੱਚੀਆਂ ਦਾ। ਤੇ ਗੁਰੂ ਪਿਆਰਿਓ ਸਿਰਫ ਦੁਨਿਆਵੀ ਪੜ੍ਹਾਈ ਇਸ ਮਕਸਦ ਦੇ ਨਾਲ ਕੀਤੀ ਜਾਂਦੀ ਹੈ ਕਿ ਪੜ੍ਹ ਕੇ ਜਾਂ ਤਾਂ ਕੋਈ ਨੌਕਰੀ ਲੱਗ ਜਾਵੇ, ਨੌਕਰੀ ਮਿਲ ਜਾਵੇ, ਤੇ ਜੇ ਨੌਕਰੀ ਨਹੀਂ ਲੱਗਦੀ ਕੋਈ ਬਿਜ਼ਨਸ ਕਰ ਲਵੇ ਮਨੁੱਖ, ਤੇ ਜੇ ਇਹਨਾਂ ਦੋਵਾਂ ਦੇ ਵਿੱਚੋਂ ਕੁਝ ਨਹੀਂ ਹੁੰਦਾ ਤੇ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਭਾਵੇਂ ਦਿਹਾੜੀ ਕਰਨੀ ਪੈ ਜਾਵੇ,
ਤੇ ਬੰਦਾ ਆਈਲੈਟਸ ਕਰੇ ਤੇ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋ ਜਾਵੇ। ਬਸ ਆ 3-4 ਕਾਰਨ ਆ ਅੱਜ ਆਪਣੇ ਸਾਹਮਣੇ ਵਿਦਿਆ ਪ੍ਰਾਪਤ ਕਰਨ ਦੇ। ਸੋ ਵਿਦਿਆ ਬਹੁਤ ਵੱਡਾ ਖਜ਼ਾਨਾ। ਸਤਿਗੁਰੂ ਕਹਿੰਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਤੇਰੀ ਪੜ੍ਹੀ ਹੋਈ ਵਿਦਿਆ ਤਾਂ ਪ੍ਰਵਾਨਿਕ ਹੈ, ਤਾਂ ਮੰਨਿਆ ਜਾਵੇਗਾ ਕਿ ਤੂੰ ਅਸਲ ਵਾਕਿਆ ਦੇ ਵਿੱਚ ਹੀ ਪੜ੍ਹਿਆ ਲਿਖਿਆ ਹੈ, ਜੇ ਤੂੰ ਉਹ ਵਿਦਿਆ ਨੂੰ ਪਰ ਉਪਕਾਰ ਦੇ ਹਿੱਤ ਵਰਤੇਂਗਾ। ਮੰਨ ਲਓ ਕਿਸੇ ਨੇ ਡਾਕਟਰੀ ਦੀ ਪੜ੍ਹਾਈ ਕਰ ਲਈ ਤੇ ਜੇ ਉਹ ਡਾਕਟਰ ਬਣ ਕੇ ਸਿਰਫ ਆਪਣਾ ਬਿਜ਼ਨਸ ਹੀ ਚਲਾਉਣਾ ਹੈ, ਅੜ ਕੇ ਲੋਕਾਂ ਤੋਂ ਪੈਸੇ ਹੀ ਲੈਣੇ ਆ, ਮੇਰੀ ਫੀਸ ਇੰਨੀ ਲੱਗਣੀ ਆ, ਆਪਰੇਸ਼ਨ ਦੇ ਇੰਨੇ ਲੱਗਣੇ ਆ, ਤੇ ਜੇ ਪਰ ਉਪਕਾਰ ਦੀ ਭਾਵਨਾ ਨਹੀਂ, ਕੋਈ ਗਰੀਬ ਲੋੜਵੰਦ ਆ ਗਿਆ, ਉਹ ਇਲਾਜ ਖੁਣੋ ਉਹਦੀ ਜਾਨ ਜਾ ਰਹੀ ਹੈ ਤੇ ਉਸ ਵੇਲੇ ਪੈਸੇ ਨੂੰ ਮੁੱਖ ਰੱਖਿਆ, ਤੇ ਉਹ ਵਿਦਿਆ ਪੜ੍ਹੀ ਕਾਹਦੇ ਕੰਮ ਹੈ ਭਾਈ? ਉਹ ਤਾਂ ਸਿਰਫ ਆਪਣਾ ਪੇਟ ਪਾਲਣ ਦੇ ਲਈ ਹੋ ਗਈ ਨਾ। ਤੇ ਸਤਿਗੁਰੂ ਤਾਂ ਕਹਿੰਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜੇ ਪਰ ਉਪਕਾਰੀ ਬਣੇਗਾ ਤਾਂ ਤੇਰੀ ਵਿਦਿਆ ਪੜ੍ਹਨ ਦਾ ਫਾਇਦਾ ਹੈ। ਔਰ ਵਿਦਿਆ ਦੀ ਮਹਿਮਾ ਜੇ ਪੜ੍ਹਨੀ ਹੋਵੇ ਧਰਮ ਸ਼ਾਸਤਰਾਂ ਦੇ ਵਿੱਚ ਬਹੁਤ ਵਿਸਥਾਰ ਦੇ ਨਾਲ ਇਸ ਸਬਜੈਕਟ ਦੇ ਉੱਤੇ ਘੰਟਿਆਂ ਬੱਧੀ ਸਮਾਂ ਲੱਗ ਸਕਦਾ ਹੈ। ਧਰਮ ਸ਼ਾਸਤਰ ਕਹਿੰਦੇ ਆ ਵਿਦਿਆ ਗੁਪਤ ਪ੍ਰਸ਼ਨ ਧਨ, ਵਿਦਿਆ ਗੁਰ ਗੁਰਦੇਵ। ਕਹਿੰਦੇ ਜਿਹੜੀ ਵਿਦਿਆ ਨਾ ਇਹ ਇੱਕ ਗੁਪਤ ਧਨ ਹੈ ਤੇਰੇ ਕੋਲ। ਮੌਕਾ ਆਉਣ ਤੇ ਇਹਨੂੰ ਪ੍ਰਗਟ ਕਰ ਲੈ, ਜਦੋਂ ਮਰਜ਼ੀ ਇਹਨੂੰ ਵਰਤ ਲੈ। ਇਸ ਧਨ ਨੂੰ ਨਾ ਕੋਈ ਖੋਹ ਸਕਦਾ ਹੈ, ਨਾ ਕੋਈ ਚੁਰਾ ਸਕਦਾ ਹੈ। ਸਾਡੇ ਕੋਲ ਦੁਨਿਆਵੀ ਧਨ ਪਦਾਰਥ ਹੋਵੇ, ਸੋਨਾ ਚਾਂਦੀ ਹੀਰੇ ਮੋਤੀ ਹੋਣ, ਤੇ ਡਰ ਬਣਿਆ ਰਹੇਗਾ ਇਹਨਾਂ ਨੂੰ ਕੋਈ ਚੁਰਾ ਨਾ ਲਵੇ, ਇਹਨਾਂ ਨੂੰ ਕੋਈ ਚੁੱਕ ਕੇ ਨਾ ਲੈ ਜਾਵੇ, ਇਹਨਾਂ ਨੂੰ ਕੋਈ ਖੋਹ ਨਾ ਲਵੇ, ਇਹਨਾਂ ਦੀ ਲੁੱਟ ਨਾ ਹੋ ਜਾਵੇ। ਪਰ ਜਿਹੜੀ ਵਿਦਿਆ ਪੜ੍ਹ ਲਈ ਨਾ ਗੁਰਮੁਖ ਪਿਆਰਿਓ, ਉਹ ਤੁਹਾਡੇ ਜ਼ਿਹਨ ਦੇ ਵਿੱਚ ਰਹਿਣੀ ਹੈ, ਦਿਮਾਗ ਦੇ ਵਿੱਚ ਰਹਿਣੀ ਹੈ, ਉਹ ਤੁਹਾਡੇ ਤੋਂ ਨਹੀਂ ਕੋਈ ਖੋਹ ਸਕਦਾ। ਇਸ ਕਰਕੇ ਵਿਦਿਆ ਨਾ ਜਿਹੜੀ ਉਹ ਗੁਰਮੁਖ ਪਿਆਰਿਓ ਤੁਹਾਡੇ ਮਿੱਤਰਾਂ ਦੀ ਤਰ੍ਹਾਂ ਸਹਾਇਤਾ ਕਰਦੀ ਹੈ। ਔਰ ਵਿਦਿਆ ਪੜ੍ਹਨ ਦਾ ਸਮਾਂ ਵੀ ਨਿਸ਼ਚਿਤ ਕੀਤਾ। 5 ਵਰਖ ਤੱਕ ਲਾਡ ਹੈ, ਤਾੜਨ ਹੈ ਖਟ ਮਾਹੇ, ਪੁੱਤਰ ਮਿੱਤਰ ਤਬ ਹੋਤ ਹੈ, ਜਬ ਖੋੜ ਸਮਹਿ ਜਾਏ। ਕਹਿੰਦੇ ਜਦੋਂ 5 ਕੁ ਸਾਲਾਂ ਦਾ ਬਾਲਕ ਹੋ ਜਾਵੇ, ਅੱਜ ਕੱਲ੍ਹ ਤੇ ਖੈਰ ਸਮਾਂ ਥੋੜ੍ਹਾ ਜਿਹਾ ਤੇਜ਼ ਰਫ਼ਤਾਰ ਵਾਲਾ ਹੋ ਗਿਆ, ਪਹਿਲੇ ਹੀ ਛੋਟੀ ਉਮਰ ਹੀ ਬੱਚਿਆਂ ਨੂੰ ਸਕੂਲੇ ਪਾ ਦਿੱਤਾ ਜਾਂਦਾ ਹੈ, ਪਰ ਸਮਝ ਬੱਚੇ ਨੂੰ ਅਸਲ ਦੇ ਵਿੱਚ 5 ਕੁ ਸਾਲਾਂ ਦੇ ਨੂੰ ਆਉਣ ਲੱਗਦੀ ਹੈ। ਉਸ ਤੋਂ ਪਹਿਲਾਂ ਤਾਂ ਜਿਹੜੀਆਂ ਨਰਸਰੀ KG ਜਿਹੜੀਆਂ ਹੈਗੀਆਂ, ਇਹ ਤਾਂ ਬੈਠਣਾ ਉੱਠਣਾ ਹੀ ਸਿੱਖਦਾ ਹੈ। ਸੋ 5 ਸਾਲਾਂ ਦੇ ਵਿੱਚ, ਕਿਉਂਕਿ ਉਦੋਂ ਵੀ ਸਕੂਲਾਂ ਵਿੱਚ ਬੱਚਿਆਂ ਨੂੰ ਇਹਨਾਂ ਕਲਾਸਾਂ 'ਚ ਵੀ ਕਿਹੜਾ ਤਾੜਨਾ ਕੀਤੀ ਜਾਂਦੀ ਹੈ, ਪਿਆਰ ਨਾਲ ਹੀ ਟੀਚਰ ਰੱਖਦੇ ਆ, ਪਿਆਰ ਦੇ ਨਾਲ ਹੀ ਉਹਨਾਂ ਨੂੰ ਜਿਵੇਂ ਘਰ ਦਾ ਮਾਹੌਲ ਹੁੰਦਾ ਉਸੇ ਤਰ੍ਹਾਂ ਦਾ ਸਕੂਲਾਂ ਵਾਲੇ ਮਾਹੌਲ ਦੇਣ ਦਾ ਯਤਨ ਕਰਦੇ ਆ। ਤੇ 5ਵੇਂ ਸਾਲ ਤੱਕ ਕਹਿੰਦੇ ਲਾਡ, ਤੇ 6ਵੇਂ ਸਾਲ ਵਿੱਚ ਜਦੋਂ ਆ ਜੇ ਉਦੋਂ ਥੋੜੀ ਥੋੜੀ ਤਾੜਨਾ ਕਰਨੀ ਸ਼ੁਰੂ ਕਰ ਦਿਓ, ਬੱਚਿਆਂ ਨੂੰ ਘੂਰਨਾ ਸ਼ੁਰੂ ਕਰ ਦਿਓ ਵਿਦਿਆ ਪੜ੍ਹਾਉਣ ਦੇ ਲਈ। ਤੇ ਇਸ ਤਰ੍ਹਾਂ ਜਦੋਂ ਤੁਹਾਡੀ ਸਹਿਯੋਗ ਰਹਿਨੁਮਾਈ ਦੇ ਵਿੱਚ ਉਹ ਵਿਦਿਆ ਪੜ੍ਹੇਗਾ ਨਾ ਬੱਚਾ, ਜਦੋਂ 16 ਸਾਲ ਦੀ ਉਮਰ ਦਾ ਹੋ ਜਾਏਗਾ, ਤੇ ਵਿਦਵਾਨ ਮਹਾਂਪੁਰਖਾਂ ਨੇ ਕਥਨ ਨੇ ਕਿ ਉਦੋਂ ਉਹ ਤੁਹਾਡੇ ਮਿੱਤਰਾਂ ਦੀ ਤਰ੍ਹਾਂ ਤੁਹਾਡੇ ਮੋਢੇ ਨਾਲ ਮੋਢਾ ਜੋੜਨ ਲੱਗ ਪਵੇਗਾ, ਤੁਹਾਡਾ ਸਹਾਈ ਬਣ ਜਾਵੇਗਾ, ਸਹਾਇਕ ਬਣ ਕੇ ਤੁਹਾਡੇ ਹਰ ਕੰਮ ਦੇ ਵਿੱਚ ਤੁਹਾਡਾ ਹੱਥ ਵਟਾਵੇਗਾ। ਸੋ ਵਿਦਿਆ ਨੂੰ ਪੜ੍ਹਨਾ, ਵਿਦਿਆ ਪੜ੍ਹਨੀ, ਜਦੋਂ ਪੜ੍ਹਾਈ ਸ਼ੁਰੂ ਕਰਨੀ ਹੈ, ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵਿਸ਼ੰਬਰ ਦਾਸ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਰਸਨਾ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੇਤੇ, ਪਹਿਲਾਂ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਲਵੇ ਤੇ ਫਿਰ ਪੜ੍ਹਾਈ ਸ਼ੁਰੂ ਕਰੇ। ਪੜ੍ਹਤੇ ਰਸਨਾ ਚੇਤ ਗੁਰ, ਪਾਹੁਲ ਗੁਰ ਘਰ ਮੇਲ। ਤੇ ਅਗਲੀ ਅਰਦਾਸ ਜਿਹੜੀ ਕਦੋਂ ਕਰਨੀ ਹੈ? ਜਦੋਂ ਗੁਰੂ ਘਰ ਦੇ ਨਾਲ ਮੇਲਾ ਹੋਣਾ ਹੈ। ਗੁਰੂ ਘਰ ਦੇ ਵਿੱਚ ਕਦੋਂ ਮਿਲਿਆ ਜਾਂਦਾ ਹੈ? ਗੁਰਮੁਖ ਪਿਆਰਿਓ, ਗੁਰਮਤ ਦੀ ਰਹਿਤ ਮਰਿਆਦਾ ਇਹ ਹੈ, ਆਪਾਂ ਭਾਵੇਂ ਜਿੰਨੇ ਮਰਜ਼ੀ ਕਹਿ ਦਈਏ ਕਿ ਅਸੀਂ ਗੁਰੂ ਨਾਲ ਜੁੜੇ ਹੋਏ ਹਾਂ, ਗੁਰੂ ਨਾਲ ਜੁੜੇ ਹੋਏ ਹਾਂ, ਗੁਰੂ ਨਾਲ ਸਾਡਾ ਮੇਲ ਹੋ ਗਿਆ, ਪਰ ਸਤਿਗੁਰੂ ਦੀ ਰਹਿਤ ਮਰਿਆਦਾ ਕੀ ਕਹਿੰਦੀ ਹੈ? ਜਿੰਨੀ ਦੇਰ ਤੱਕ ਗੁਰੂ ਕਾ ਸਿੱਖ ਸਿੱਖਣੀ ਅੰਮ੍ਰਿਤ ਨਹੀਂ ਛਕਦੇ, ਉਹਦਾ ਗੁਰੂ ਘਰ ਦੇ ਨਾਲ ਮੇਲਾ ਨਹੀਂ ਹੁੰਦਾ, ਗੁਰੂ ਘਰ ਦੇ ਨਾਲ ਮਿਲਾਪ ਨਹੀਂ ਹੁੰਦਾ।
ਰਹਿਤਨਾਮਿਆਂ ਦੇ ਵਿੱਚ ਸਤਿਗੁਰੂ ਦੇ ਬਚਨ ਮਿਲਦੇ ਆ। ਪ੍ਰਥਮ ਰਹਿਤ ਯਹ ਜਾਨ, ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ, ਅਵਰ ਨਾ ਪਾਹੁਲ ਜੋਲੇ। ਸਭ ਤੋਂ ਪਹਿਲੀ ਰਹਿਤ ਇਹ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਪਹਿਲੇ ਜਾਮਿਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਰਨ ਪਾਹੁਲ ਦੇ ਕੇ ਸਿੱਖ ਬਣਾਉਂਦੇ ਸਨ, ਪਰ ਜਿਹੜੀ 1699 ਦੀ ਵਿਸਾਖੀ ਸੀ 30 ਮਾਰਚ ਨੂੰ, ਉਸ ਵੇਲੇ 1 ਵਿਸਾਖ ਨੂੰ ਗੁਰਮੁਖ ਪਿਆਰਿਓ ਜਿਹੜਾ ਇਹ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 5 ਪਿਆਰਿਆਂ ਦੀ ਚੋਣ ਕੀਤੀ, 5 ਸਿਰਾਂ ਦੀ ਭੇਟਾ ਲੈ ਕੇ ਮੁੜ ਉਹਨਾਂ ਨੂੰ ਸੁਰਜੀਤ ਕਰਕੇ 5 ਪਿਆਰੇ ਹੋਣ ਦਾ ਖਿਤਾਬ ਬਖਸ਼ਿਸ਼ ਕੀਤਾ ਤੇ ਆਪ ਉਹਨਾਂ ਦੇ ਚੇਲੇ ਵੀ ਬਾਅਦ ਵਿੱਚ ਬਣੇ ਅੰਮ੍ਰਿਤ ਦੀ ਦਾਤ ਬਖਸ਼ਣ ਉਪਰੰਤ। ਸੋ ਸਤਿਗੁਰੂ ਨੇ ਉਦੋਂ ਤੋਂ ਇਹ ਮਰਿਆਦਾ ਕਾਇਮ ਕਰ ਦਿੱਤੀ ਕਿ ਗੁਰੂ ਘਰ ਦੇ ਵਿੱਚ ਦਾਖਲਾ ਲੈਣ ਲਈ, ਗੁਰੂ ਘਰ ਦੇ ਵਿੱਚ ਮਿਲਾਪ ਕਰਨ ਦੇ ਲਈ ਪਹਿਲੀ ਸ਼ਰਤ ਇਹ ਹੈ ਕਿ ਗੁਰੂ ਕਾ ਸਿੱਖ ਸਿੱਖਣੀ ਅੰਮ੍ਰਿਤ ਧਾਰੀ ਹੋਵੇ। ਜਿਹਦੇ ਨਾਮ ਦੇ ਨਾਲ ਸਿੰਘ ਜਾਂ ਕੌਰ ਲੱਗਦਾ ਹੈ, ਉਹਨਾਂ ਲਈ ਤਾਂ ਬੇਹੱਦ ਜ਼ਰੂਰੀ ਹੈ। ਜੇ ਕੋਈ ਹੋਰ ਮਤਾਂ ਦੇ ਵਿੱਚੋਂ, ਹੋਰ ਧਰਮਾਂ ਦੇ ਵਿੱਚੋਂ ਵੀ ਆ ਕੇ ਸਿੱਖਾਂ ਦੇ ਘਰ ਪੈਦਾਇਸ਼ੀ ਸਿੱਖ ਨਹੀਂ ਹੈ ਜਿਹੜਾ, ਤੇ ਉਹ ਗੁਰੂ ਪਿਆਰਿਓ ਉਹ ਵੀ ਅੰਮ੍ਰਿਤ ਛਕ ਸਕਦਾ। ਕਿਸੇ ਲਈ ਮਨਾਹੀ ਨਹੀਂ ਹੈ। ਜਿਹੜਾ ਵੀ ਗੁਰੂ ਦੀ ਦੱਸੀ ਹੋਈ ਰਹਿਤ ਮਰਿਆਦਾ ਦੇ ਉੱਤੇ ਦ੍ਰਿੜ ਰਹਿਣ ਦੇ ਲਈ ਤਿਆਰ ਹੋਵੇ, ਚੱਲਣ ਲਈ ਤਿਆਰ ਹੋਵੇ, ਉਹਨੂੰ ਅੰਮ੍ਰਿਤ ਦੀ ਦਾਤ ਗੁਰੂ ਕੇ 5 ਪਿਆਰੇ ਬਖਸ਼ਿਸ਼ ਕਰਦੇ ਹੈ। ਸੋ ਅੰਮ੍ਰਿਤ ਛਕਣ ਵੇਲੇ ਇਹ ਅਰਦਾਸ ਕਰਨੀ ਹੈ, ਮਹਾਰਾਜ ਮੇਰਾ ਗੁਰੂ ਘਰ ਦੇ ਨਾਲ ਮੇਲ ਹੋਇਆ ਹੈ ਤੇ ਆਪ ਜੀ ਕਿਰਪਾ ਕਰੋ, ਜੋ ਤੁਹਾਡੇ ਨਾਲ ਮੇਰੀ ਪ੍ਰੀਤੀ ਲੱਗੀ ਹੈ, ਤੁਹਾਡੇ ਨਾਲ ਸੰਬੰਧ ਬਣਿਆ, ਮੈਂ ਤੁਹਾਡਾ ਖਾਲਸਾ ਬਣਿਆ, ਮੈਂ ਤੁਹਾਡਾ ਸਿੱਖ ਬਣਿਆ, ਅੰਮ੍ਰਿਤ ਧਾਰੀ ਹੋਇਆ, ਖੰਡੇ ਕੀ ਪਾਹੁਲ ਲਈ ਹੈ, ਇਹ ਮੇਰੀ ਓੜਕ ਤੱਕ ਤੋੜ ਨਿਭ ਜਾਵੇ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਮਹਾਰਾਜ ਜੀਵਨ ਪਰਯੰਤ ਮੈਂ ਰਹਿਤ ਮਰਿਆਦਾ ਦੇ ਵਿੱਚ ਪ੍ਰਪੱਕ ਰਹਾ, ਕੋਈ ਭੁੱਲ ਕੋਈ ਚੁੱਕ ਮੇਰੇ ਕੋਲੋਂ ਨਾ ਹੋਵੇ। ਆਪ ਜੀ ਕਿਰਪਾ ਕਰਿਓ, ਰਹਿਤ ਵਿੱਚ ਤਿਆਰ ਰਹਿਣ ਦਾ ਮੈਨੂੰ ਬਲ ਬਖਸ਼ਿਸ਼ ਕਰਿਓ, ਸਿਰ ਤੇ ਮਿਹਰ ਭਰਿਆ ਹੱਥ ਰੱਖਿਓ। ਇਹ ਅਰਦਾਸ ਬੇਨਤੀ ਗੁਰੂ ਘਰ ਦੇ ਵਿੱਚ ਮੇਲਾ ਹੋਣ ਵੇਲੇ, ਭਾਵ ਅੰਮ੍ਰਿਤ ਛਕਣ ਵੇਲੇ ਗੁਰੂ ਕੇ ਸਿੱਖਾਂ ਨੇ ਕਰਨੀ ਹੈ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਭਾਈ ਪੀਵਹੁ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਜਨਮ ਨੂੰ ਸੁਹੇਲਾ ਕਰਨਾ ਹੈ, ਜਨਮ ਨੂੰ ਸਫਲਾ ਕਰਨਾ ਹੈ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈ। ਤੂੰ ਗੁਰੂ ਵਾਲਾ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਬਣ ਸਕਦਾ, ਨਹੀਂ ਤਾਂ ਨਗੁਰਾ ਹੈ। ਤੇ ਨਗੋਰੇ ਮਨੁੱਖ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਗੋਰੇ ਮਨੁੱਖ ਦਾ ਤਾਂ ਨਾਮ ਵੀ ਮਾੜਾ ਹੈ। ਨਿਗੋਰੇ ਕਾ ਹੈ ਨਾਉ ਬੁਰਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਣੀ ਦੇ ਬਚਨ ਹੈ। ਨਿਗੋਰੇ ਮਨੁੱਖ ਦੇ ਨਾਲ ਕੋਈ ਸੰਬੰਧ ਰੱਖਣ ਨੂੰ ਤਿਆਰ ਨਹੀਂ। ਸਨਾਤਨ ਮਤ ਦੀ ਇੱਕ ਸਾਖੀ ਆਉਂਦੀ ਹੈ, ਕਹਿੰਦੇ ਦੇਵਤਿਆਂ ਦੀ ਸਭਾ ਲੱਗਿਆ ਕਰੇ, ਸਾਰੇ ਦੇਵਤੇ ਆ ਕੇ ਬੈਠਿਆ ਕਰਨ ਬ੍ਰਹਮਾ ਜੀ ਦੇ ਪਾਸ, ਤੇ ਬ੍ਰਹਮਾ ਪੁੱਤਰ ਨਾਰਦ ਵੀ ਇਹਨਾਂ ਦੇਵਤਿਆਂ ਦੀ ਸਭਾ ਵਿੱਚ ਆ ਕੇ ਬੈਠ ਜਾਇਆ ਕਰੇ। ਬਾਕੀ ਸਾਰਿਆਂ ਨੇ ਕਿਸੇ ਨਾ ਕਿਸੇ ਨੂੰ ਗੁਰੂ ਪੀਰ ਧਾਰਨ ਕੀਤਾ ਹੋਇਆ ਸੀ, ਪਰ ਜਿਹੜਾ ਨਾਰਦ ਸੀ ਇਹ ਹਾਲੇ ਤੱਕ ਨਿਗੁਰਾ ਸੀ, ਗੁਰੂ ਤੋਂ ਹੀਣਾ ਸੀ, ਗੁਰੂ ਇਹਨੇ ਧਾਰਨ ਕੋਈ ਨਹੀਂ ਸੀ ਕੀਤਾ। ਤੇ ਕੀ ਹੋਇਆ ਕਰੇ, ਜਦੋਂ ਸਾਰੀ ਸਭਾ ਉੱਠ ਜਾਇਆ ਕਰੇ, ਜਿਸ ਜਗ੍ਹਾ ਦੇ ਉੱਤੇ ਨਾਰਦ ਬੈਠਾ ਹੁੰਦਾ ਸੀ ਨਾ, ਤੇ ਦੇਵਤਿਆਂ ਨੇ ਉੱਥੋਂ ਉਨੀ ਕੁ ਮਿੱਟੀ ਪੁਟਾ ਦੇਣੀ ਤੇ ਪੁੱਟ ਕੇ ਬਾਹਰ ਸੁਟਾ ਦੇਣੀ, ਤੇ ਉਹਦੀ ਜਗ੍ਹਾ ਉੱਥੇ ਨਵੀਂ ਮਿੱਟੀ ਭਰ ਦੇਣੀ। ਕਿਸੇ ਨੇ ਨਾਰਦ ਨੂੰ ਆਖਿਆ ਵੀ ਤੇਰਾ ਤਾਂ ਸਭਾ ਦੇ ਵਿੱਚ ਅਪਮਾਨ ਹੀ ਬੜਾ ਹੁੰਦਾ ਹੈ। ਉਹ ਕਹਿੰਦਾ ਨਹੀਂ, ਕਦੇ ਨਹੀਂ ਹੋਇਆ, ਮੈਂ ਤਾਂ ਬੜੇ ਸਨਮਾਨਜਨਕ ਤਰੀਕੇ ਦੇ ਨਾਲ ਜਾ ਕੇ ਬਹਿਣਾ, ਸਾਰਿਆਂ ਤੋਂ ਵੱਡੇ ਦੇਵਤੇ ਬ੍ਰਹਮਾ ਦਾ ਮੈਂ ਪੁੱਤਰ ਹਾਂ, ਮੇਰਾ ਅਪਮਾਨ ਕੌਣ ਕਰੇਗਾ। ਉਹ ਕਹਿੰਦਾ ਕੱਲ ਨੂੰ ਵੇਖ ਲਈ, ਇਸ ਤਰ੍ਹਾਂ ਕਰੀ। ਜਦੋਂ ਸਾਰੀ ਸਭਾ ਉੱਠ ਗਈ ਤੇ ਉਸ ਵੇਲੇ ਥੋੜੇ ਸਮੇਂ ਬਾਅਦ ਜਾ ਕੇ ਵੇਖੀ ਉੱਥੇ ਕਹਾਣੀ ਕੀ ਵਰਤਦੀ ਹੈ। ਇਹਨੇ ਇਸੇ ਤਰ੍ਹਾਂ ਕੀਤਾ, ਜਦੋਂ ਵੇਖਿਆ ਜਿਹੜੀ ਜਗ੍ਹਾ ਤੇ ਇਹ ਬੈਠਾ ਸੀ, ਸਭਾ ਖਤਮ ਹੋਣ ਤੋਂ ਬਾਅਦ ਉੱਥੋਂ ਮਿੱਟੀ ਪੁੱਟੀ ਜਾ ਰਹੀ ਹੈ ਤੇ ਬਾਹਰ ਸੁੱਟੀ ਜਾ ਰਹੀ ਹੈ। ਇਹਨੇ ਪੁੱਛਿਆ ਵੀ ਇਹ ਕੀ, ਇਸ ਤਰ੍ਹਾਂ ਕਿਉਂ ਵਰਤਾਰਾ ਵਰਤਾਇਆ ਜਾ ਰਿਹਾ ਹੈ। ਤਾਂ ਇਹ ਨਾਰਦ ਨੂੰ ਦੱਸਿਆ
कि तू गुरु तो हीण है, गुरु तू धारण कोई कीता नहीं। इस करके नगुरे बंदे दे बैठण दे नाल देवतियां दी सभा दे विच ये जगह भ्रिष्ट हो जाती है, ते वो भ्रिष्ट मिट्टी नूं पुट के बाहर सुट दिंदे आ। ब्रह्मा दा पुत्र होण करके तैनूं सीधा डायरैक्ट कहंदा कोई नहीं। इस करके ये नगुरे होण करके तेरा नरादर हुंदा है। उस तो बाद फिर कहंदे ने सनातनवादी साखी के मुताबक कि नारद ने गुरु धारण किया। ते इसे तरह ही बेअंत प्रमाण सिख इतिहास में आउंदे आ जो सतगुर ने ये गुरु धारण करना जां अमृत छकण की बाबत। बहुत सारे सिख ऐसे हुंदे आ जिहड़े कहंदे आ जी अमृत छकण की सानू की लोड़ आ, असीं तां वैसे ही सिख है, असीं तां मनो ही गुरु दे सिख है। नहीं गुरमुख प्यारिओ, मनो सिख नहीं होया जांदा, इकल्ला मनो भी होना जरूरी है ते तनो भी होना जरूरी है। जे असीं तन दे सिख ही नहीं बनन नूं तैयार ते मन अपना किहने वेखिया भाई। पहला तन दे तौर ते सरीरक तौर ते तां तैयार बर तैयार होईए ते फिर ही साडी जिहड़ी अंदरली रहत है वो वेखेगा गुरु के ये रहत बहत दे विच प्रपक्ष किवें रहिंदा है। पहला तो बाहरों ही देखा जाएगा ना, सारिਆਂ ने बाहरों ही देखना, समाज ने भी बाहरों वेखना है ते गुरु ने भी जिहड़े शास्त्र बख्शे है, पंज ककार बख्शे है। सतगुर सच्चे पातशाह कहते तैयार बार तैयार रहना चाहिए। जे धारण ही नहीं करता, गुरु का हुक्म ही नहीं मनता, तो फिर गुरमुख प्यारिओ फिर तो मनदा ही सिख हो सकता, गुरु का सिख तो नहीं ना। इस करके सतगुर सच्चे पातशाह कहते जरूरी है, हर एक दे लई जरूरी है, किसी नूं छोट नहीं। इत्थों तक कि सतगुरु श्री गुरु गोबिंद सिंह साहब महाराज ने जिस वेले पंज प्यारिਆਂ नूं अमृत छका दिता सी ना, उन्हां पंजां अगे आप भी गोडे टेक दिते कि खालसा जी तुसी ये गुरु की बाणी पढ़ी हुई वाला अमृत छक के तैयार बर तैयार सिंह सज गए हो, खालसे बन गए हो, ते हुण किरपा करो तुसी मैनू भी गोबिंद राय तो गोबिंद सिंह बना दिओ, मैनू भी ये खंडे की पाहुल बख्शिश कर दिओ। ये ध्यान दिओ, जे अमृत की लोड़ कलगीधर पातशाह सच्चे पातशाह नूं है तो फिर आपां नूं लोड़ क्यों नहीं बई? कि आपां हले भी यही कहंदे फिरांगे कि जी साडा तां मन साफ है, सानू अमृत की लोड़ नहीं, सानू ककार धारण करन दी की लोड़ है। तो इहदा मतलब ये होया कि सिखा तेरा तां मन साफ है, तो गुरु गोबिंद सिंह साहब महाराज ने अमृत छकिया, की उन्हां दा मन साफ नहीं सी? गुरु तो वध किसी का मन साफ हो सकता है? वो गुरु जिन्हें अपने आ सिखां दे वास्ते साडे वास्ते अपना सरबंसी वार दिता ते अरदास ये कीती कि सुखी बसै मोरो परवारा। केड़ा परिवार? सेवक सिख सब है करतारा। ये जिहड़े मेरे सिख सेवक मेरा परिवार है ना, ये खालसा पंथ वसे मैं उजड़ा मन चाओ कनेरा। जिस गुरु ने ये मन लिया कि मैं भावें उजड़दा उजड़ जावां पर मेरा पंथ वसना चाहिए, तो असीं की उहदा एक हुक्म नहीं मन सकते? जिस हुक्म नूं मनण दे नाल गुरु की खुशी प्राप्त होनी है, जिहड़े हुक्म नूं मनण दे नाल गुरु के सिखा भला तेरा होना है। इहदे विच ये नहीं जे तुसीं अमृत छक लओगे तो गुरु नूं कोई ज़्यादा साडे कोलों कोई पदार्थ मिल जाना है, क्यों गुरु पदार्थां दा भुखा थोड़े, गुरु ने भावना वेखणी है तो भावना वाला ही अमृत छकेगा। अमृत छके का फायदा आपां नूं है, रस्त व तैयार बर तैयार आपां रहांगे, बाणी आपां पढ़ांगे, अपने भले लई है, लोकां विच मान सत्कार अपना होएगा, वो भी अपने भले लई है, भख अपख खाण तो आपां बच जावांगे, वो भी अपने भले दे लई है। अमृत वेले उठना ते अमृत वेले उठण दे नाल जो ताजगी मिलती है, जो तरो ताज़ा रहिंदा मनुख, जो रब दे नाम सिमरन ਦੀਆਂ ਦਾਤਾਂ मिलदियां ते ਇਹ ਸਾਰੀਆਂ मिलनियां तो आपां नूं ही आ, आपां गुरु नूं थोड़ा दे देणीਆਂ। इस करके अपना ही भला होना अमृत छकण दे नाल। अमृत धारी होइए, तैयार बार तैयार होइए, गुरु के सिंह सिंघणियां सजीए, तो फिर सतगुरु सच्चे पातशाह दीयां साडे उत्ते बहुत खुशियां होणगीਆਂ। सतगुरु सच्चे पातशाह जी दे इतिहास दे विचों बड़े बेअंत प्रमाण दिते जा सकते हैं। भाई डल्ला चौधरी दमदमा साहब साबो की तलवंडी का रहन वाला,
ਜਿਸ ਜਗ੍ਹਾ ਦੇ ਉੱਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕਰੀਬ 1 ਸਾਲ ਰਹੇ ਹੈ, 9 ਮਹੀਨੇ 9 ਦਿਨ 9 ਘੜੀਆਂ 9 ਪਲ ਦੀ ਗਿਣਤੀ ਇਤਿਹਾਸ ਵਿੱਚ ਆਉਂਦੀ ਹੈ ਕਿ ਸਤਿਗੁਰੂ ਉੱਥੇ ਟਿਕ ਕੇ ਰਹੇ। ਔਰ ਸਤਿਗੁਰੂ ਜੀ ਨੇ ਉੱਥੇ ਹੀ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਕੰਠੋਂ ਉਚਾਰਨ ਕੀਤਾ। ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਲਿਖਾਰੀ ਲਗਾ ਕੇ ਲਿਖਵਾਇਆ ਤੇ 48 ਸਿੰਘਾਂ ਨੂੰ ਸਮੁੱਚੀ ਸ਼ੁੱਧ ਗੁਰਬਾਣੀ ਪੜ੍ਹਾਈ ਤੇ ਗੁਰਬਾਣੀ ਦੇ ਅਰਥ ਪੜ੍ਹਾ ਕੇ ਟਕਸਾਲਾਂ ਆਰੰਭ ਕੀਤੀਆਂ। ਜਿੱਥੋਂ ਇਹ ਦਮਦਮੀ ਟਕਸਾਲ ਦੀ ਆਰੰਭਤਾ ਹੁੰਦੀ ਹੈ, ਭਾਈ ਮਨੀ ਸਿੰਘ ਵਾਲੀ ਟਕਸਾਲ ਦੀ ਆਰੰਭਤਾ ਹੁੰਦੀ ਹੈ, ਜਿਹਨੂੰ ਅੱਜ ਆਪਾਂ ਇੱਕ ਟਕਸਾਲ ਨੂੰ ਸੱਤੋ ਵਾਲੀ ਗਲੀ ਵਾਲੀ ਜਿਹੜੀ ਟਕਸਾਲ ਕਹਿੰਦੇ ਆਪਾਂ ਭਾਈ ਮਨੀ ਸਿੰਘ ਵਾਲੀ, ਤੇ ਦੂਸਰੀ ਟਕਸਾਲ ਜਿਹੜੀ ਦਮਦਮੀ ਟਕਸਾਲ ਅੱਜ ਭਿੰਡਰਾਂ ਵਾਲੀ ਟਕਸਾਲ ਦੇ ਨਾਮ ਦੇ ਨਾਲ ਮਸ਼ਹੂਰ ਹੈ। ਸੋ ਉਹ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਡੱਲਾ ਚੌਧਰੀ ਜਿਹੜਾ ਬੜਾ ਬਹਾਦਰ ਸੀ, ਗੁਰਮੁਖ ਪਿਆਰਿਓ ਬਹਾਦਰੀ ਹੈ, ਬਹਾਦਰੀ ਕਵਾਂਗੇ ਇਹਨੂੰ ਕਿਉਂਕਿ ਮੁਗਲ ਫੌਜਾਂ ਲੱਗੀਆਂ ਹੁਣ ਪਿੱਛੇ ਤੇ ਮੌਕੇ ਦਾ ਹਾਕਮ, ਮੌਕੇ ਦਾ ਜਿਹੜਾ ਰਾਜਾ ਸੀ ਔਰੰਗਜ਼ੇਬ ਬਾਦਸ਼ਾਹ, ਉਹ ਹੋਵੇ ਗੁਰੂ ਦਾ ਵੈਰੀ, ਪਹਾੜੀ ਰਾਜੇ ਪਏ ਹੁਣ ਵੈਰ ਤੇ ਜ਼ਾਲਮ ਹਕੂਮਤਾਂ ਪੈੜ ਸੁੰਘਦੀਆਂ ਫਿਰਦੀਆਂ ਹੋਣ ਕਿ ਗੁਰੂ ਗਿਆ ਕਿੱਧਰ ਨੂੰ ਹੈ। ਔਰ ਜਿਹੜਾ ਉਹਨਾਂ ਨੂੰ ਗੁਰੂ ਦੀ ਮਦਦ ਕਰਨ ਵਾਲਾ ਮਦਦਗਾਰ ਲੱਗਦਾ, ਉਹਦਾ ਸਮੇਤ ਪਰਿਵਾਰ ਸਾਰਾ ਜਿਹੜਾ ਕੋਲੂ ਦੇ ਵਿੱਚ ਪੀੜ ਦਿੱਤਾ ਜਾਂਦਾ ਸੀ, ਸਾਰਾ ਕੁਟੰਬ ਜੀ ਦਾ ਪਰਿਵਾਰ। ਤੇ ਇਹੋ ਜਿਹੇ ਵਿਖੜੇ ਸਮੇਂ ਦੇ ਵਿੱਚ ਗੁਰੂ ਨੂੰ 1 ਸਾਲ ਦੇ ਕਰੀਬ ਆਪਣੇ ਕੋਲ ਰੱਖਣਾ, ਇਹ ਕਿਤੇ ਕੋਈ ਛੋਟੀ ਮੋਟੀ ਗੱਲ ਹੈ। ਔਰ ਰੱਖਣਾ ਵੀ ਲਲਕਾਰ ਕੇ ਕਿ ਔਰੰਗਜ਼ੇਬ ਆਉਂਦਾ ਆ ਜਾਏ ਇੱਥੇ, ਉਹਦੀਆਂ ਫੌਜਾਂ ਆਉਂਦੀਆਂ ਭਾਵੇਂ ਆਪ ਆ ਜਾਏ, ਮੈਂ ਗੁਰੂ ਨੂੰ ਇੱਥੇ ਰੱਖਾਂਗਾ, ਗੁਰੂ ਦੀ ਵਾਹ ਵੱਲ ਨਹੀਂ ਵੇਖ ਸਕੇਗਾ। ਬਹੁਤ ਬਹਾਦਰ ਸੀ ਭਾਈ ਡੱਲਾ। ਆਪਾਂ ਕਈ ਵਾਰੀ ਸੁਣਨ ਵਾਲੇ ਵੀ ਜਾਂ ਕਈ ਵਾਰ ਸੁਣਾਉਣ ਵਾਲੇ ਵੀ ਉਹਨਾਂ ਦੀ ਕਿਸੇ ਇੱਕ ਜੀਵਨ ਦੀ ਗੱਲ ਨੂੰ ਲੈ ਕੇ, ਕਿਉਂਕਿ ਹਰ ਇੱਕ ਜਗ੍ਹਾ ਦੇ ਉੱਤੇ ਹਰ ਇੱਕ ਬੰਦਾ ਪੂਰਾ ਨਹੀਂ ਉਤਰ ਸਕਦਾ ਇਮਤਿਹਾਨ ਦੇ ਵਿੱਚ, ਪ੍ਰੀਖਿਆ ਦੇ ਵਿੱਚ। ਉਹ ਨਿਸ਼ਾਨਾ ਪਰਖਣ ਵਾਲੀ ਸਾਖੀ ਤੋਂ ਆਪਾਂ ਕਈ ਵਾਰ ਉਹਨਾਂ ਨੂੰ ਮਜ਼ਾਕ ਦੇ ਪਾਤਰ ਵੀ ਬਣਾ ਦਿੰਦੇ ਆ। ਇਹ ਸਾਡਾ ਸੁਭਾਅ ਬਣ ਗਿਆ ਕਈ ਪ੍ਰਚਾਰਕਾਂ ਦਾ ਵੀ। ਉਹ ਕਈ ਵਾਰ ਭਾਈ ਮਰਦਾਨਾ ਜੀ ਦੀਆਂ ਗੱਲਾਂ ਵੀ ਸੁਣਾਉਣਗੇ ਨਾ, ਤੇ ਉਦੋਂ ਵੀ ਉਹਨਾਂ ਨੂੰ ਨਾ ਇੱਕ ਜਿਵੇਂ ਇੱਕ ਬੂਝੜ ਜਿਹਾ ਬੰਦਾ ਹੁੰਦਾ, ਅਨਪੜ੍ਹ ਜਾਂ ਗਵਾਰ ਜਾਂ ਇਸ ਤਰ੍ਹਾਂ ਪੇਸ਼ ਕਰਨਗੇ, ਮਖੌਲੀਆ ਪਾਤਰ, ਮਜ਼ਾਕ ਦਾ ਪਾਤਰ ਜਾਂ ਬਣਾ ਕੇ ਪੇਸ਼ ਕਰਨਗੇ। ਹਾਲਾਂਕਿ ਭਾਈ ਮਰਦਾਨਾ ਜੀ ਸਤਿਗੁਰੂ ਦਾ ਬ੍ਰਹਮ ਗਿਆਨੀ ਸਿੱਖ ਸੀ। ਇਹ ਵੱਖਰੀ ਗੱਲ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਕੋਈ ਕੌਤਕ ਰਚਣਾ ਹੁੰਦਾ, ਕਿਸੇ ਨੂੰ ਤਾਰਨਾ ਹੁੰਦਾ ਸੀ, ਤਾਂ ਭਾਈ ਮਰਦਾਨੇ ਨੂੰ ਉਸ ਕੌਤਕ ਦੇ ਵਿੱਚ, ਉਸ ਪ੍ਰਸੰਗ ਦੇ ਵਿੱਚ ਇੱਕ ਬਹਾਨੇ ਵਜੋਂ ਪੇਸ਼ ਕਰਦੇ ਸਨ। ਜੇ ਭਾਈ ਮਰਦਾਨਾ ਕੌਡੇ ਰਾਖਸ਼ ਦੇ ਕੋਲ ਗਿਆ, ਕੌਡੇ ਰਾਖਸ਼ ਨੇ ਗ੍ਰਿਫਤਾਰ ਕੀਤਾ, ਫੜਿਆ ਭਾਈ ਮਰਦਾਨੇ ਨੂੰ, ਭਾਈ ਮਰਦਾਨੇ ਨੇ ਅਰਦਾਸ ਕੀਤੀ ਤੇ ਸਤਿਗੁਰੂ ਉੱਥੇ ਗਏ, ਕੜਾਹਾ ਠੰਡਾ ਕੀਤਾ। ਕਾਰਨ ਤਾਂ ਬਣਾਉਂਦੇ ਸਨ ਨਾ ਸਤਿਗੁਰੂ ਜੀ। ਹੋਰ ਵੀ ਜਿੱਥੇ ਜਿੱਥੇ ਵੀ ਜਾਦੂਗਰਨੀਆਂ ਨੇ ਭੇਡੂ ਬਣਾ ਲਿਆ ਬੰਨ੍ਹ ਕੇ, ਤੇ ਉੱਥੇ ਸਤਿਗੁਰੂ ਜੀ ਛਡਾਉਣ ਵਾਸਤੇ ਗਏ। ਹੋਰ ਕਈ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਸਤਿਗੁਰੂ ਦੇ ਇਤਿਹਾਸਕ ਪ੍ਰਸੰਗਾਂ ਦੇ ਵਿੱਚ ਆਉਂਦਾ ਹੈ। ਪਰ ਨਿਰਾਪੁਰਾ ਆਪਾਂ ਉੱਥੇ ਮਜ਼ਾਕੀਆ ਪਾਤਰ ਬਣਾ ਕੇ ਨਹੀਂ ਪੇਸ਼ ਕਰਨਾ, ਮਜ਼ਾਕ ਦਾ ਪਾਤਰ ਨਹੀਂ ਬਣਾਉਣਾ। ਮਹਾਨ ਗੁਰੂ ਕੇ ਸਿੱਖਾਂ ਦਾ ਅਦਬ ਸਤਿਕਾਰ ਕਰਨਾ ਲੋੜੀਂਦਾ, ਕਰਨਾ ਬਣਦਾ, ਕਰਨਾ ਚਾਹੀਦਾ। ਮੈਂ ਥੋੜ੍ਹੇ ਜਿਹੇ ਦਿਨ ਪਹਿਲਾਂ ਮੈਂ ਹੁਣ ਜਗ੍ਹਾ ਦਾ ਨਾਮ ਨਾ ਲਵਾਂ, ਕਈ ਵਾਰ ਬੰਦੇ ਗੁੱਸਾ ਹੀ ਕਰ ਜਾਂਦੇ ਆ, ਨਾਰਾਜ਼ ਹੋ ਜਾਂਦੇ ਆ। ਤੇ ਮੈਂ ਇੱਕ ਦੀਵਾਨ ਦੇ ਵਿੱਚ ਬੈਠਾ ਸੀ, ਉੱਥੇ ਲੱਗੇ ਹੋਏ ਸੀ ਕਵੀਸ਼ਰ ਸਿੰਘ, ਤੇ ਉਹ ਜਦੋਂ ਭਾਈ ਮਰਦਾਨਾ ਜੀ ਦੀ ਮਾਤਾ ਦਾ ਨਾਮ ਲੈਣ ਨਾਲ ਇਤਿਹਾਸ ਸੁਣਾ ਰਹੇ ਸੀ, ਇਹ ਕਿ ਭਾਈ ਮਰਦਾਨਾ ਜੀ ਦੀ ਮਾਤਾ ਮਰਦਾਨੇ ਨੂੰ ਵੇ ਮਰ ਜਾਣਿਆ ਕਹਿ ਕੇ ਆਵਾਜ਼ ਮਾਰਦੀ ਸੀ। ਚਲੋ ਖੈਰ, ਉਹ ਇਤਿਹਾਸਕ ਪ੍ਰਸੰਗ ਹੈ, ਉਹਨੂੰ ਸੋਧੇ ਹੋਏ ਲਫ਼ਜ਼ਾਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਸੁਣਾਇਆ ਜਾਣਾ ਚਾਹੀਦਾ। ਔਰ ਜੋ ਤੋਂ ਸਿੱਖਿਆ ਮਿਲਦੀ ਹੈ, ਵਿਸ਼ੇਸ਼ ਧਿਆਨ ਉਸ ਪਾਸੇ ਵੱਲ ਜਾਣਾ ਚਾਹੀਦਾ ਸਾਡਾ। ਤੇ ਉਹ ਇਹ ਨਾ ਕਹੇ, ਵਾਰ-ਵਾਰ ਕਹਿਣਾ ਤਾਂ ਚਾਹੀਦਾ ਸੀ ਕਿ ਭਾਈ ਮਰਦਾਨਾ ਜੀ ਦੇ ਮਾਤਾ ਜੀ ਇੱਦਾਂ ਕਹਿੰਦੇ ਸੀ। ਉਹ ਵਾਰ-ਵਾਰ ਕਵੀਸ਼ਰ ਜਿਹੜਾ ਸੀਗਾ, ਉਹਨਾਂ ਦਾ ਜਥੇਦਾਰ, ਬੋਲਣ ਵਾਲਾ ਬੁਲਾਰਾ, ਮਰਾਸਣ ਕਹਿੰਦੀ ਇੱਦਾਂ, ਮਰਾਸਣ ਕਹਿੰਦੀ ਇੱਦਾਂ। ਤੇ ਮੈਨੂੰ ਬੈਠੇ ਨੂੰ ਗੁੱਸਾ ਵੀ ਚੜ੍ਹੇ, ਤਾਂ ਪਰ ਫਿਰ ਮੈਂ ਕਿਹਾ ਵੀ ਹੁਣ ਇਹਨਾਂ ਨੂੰ ਕਹੇ ਤਾਂ ਕੀ ਕਹੇ, ਪ੍ਰਚਾਰਕ ਬੰਦੇ ਆ ਇਹ,
ਤੇ ਸੰਗਤ ਦੇ ਵਿੱਚ ਕੀ ਕਹੀਏ। ਮੈਂ ਕਿਹਾ ਚਲੋ ਜੇ ਇਹਨਾਂ ਨਾਲ ਕਿਤੇ ਇਕੱਲਿਆਂ ਨਾਲ ਮਿਲਾਪ ਹੋਇਆ ਤੇ ਫਿਰ ਨਿਮਰਤਾ ਸਹਿਤ ਹੱਥ ਬੰਨ੍ਹ ਕੇ ਬੇਨਤੀ ਕਰ ਲਵਾਂਗੇ ਕਿ ਭਾਈ ਉਹ ਭਾਈ ਮਰਦਾਨਾ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਭਾਈ ਆਖਿਆ, ਸਭ ਤੋਂ ਪਹਿਲਾਂ ਭਾਈ ਮਰਦਾਨੇ ਨੂੰ ਆਖਿਆ। ਗੁਰੂ ਨਾਨਕ ਦੇ ਭਰਾ ਨੂੰ, ਗੁਰੂ ਨਾਨਕ ਦੇ ਭਰਾ ਦੀ ਮਾਤਾ ਨੂੰ ਕੋਈ ਇਸ ਤਰ੍ਹਾਂ ਦੇ ਲਫ਼ਜ਼ ਵਰਤਣੇ, ਉਹ ਪਤਾ ਨਹੀਂ ਕੀ ਸੁੱਕੀ ਮਰਾਸਨ ਕੁਛ ਐਦਾਂ ਦਾ ਨਾਮ ਲੈਂਦਾ ਸੀ, ਸੋ ਉਹ ਸ਼ੋਭਾ ਨਹੀਂ ਪਾਉਂਦੇ। ਤੇ ਇਸੇ ਤਰ੍ਹਾਂ ਜੇ ਕੋਈ ਇਤਿਹਾਸਕ ਪ੍ਰਸੰਗ ਐਦਾਂ ਦਾ ਆਉਂਦਾ ਵੀ ਆ ਨਾ, ਤੇ ਉਹਨੂੰ ਗੁਰੂ ਪਿਆਰਿਓ, ਉਹ ਜਿਹੜੇ ਸਿੱਖਾਂ ਦੀ ਜਿਹੜੀ ਸੇਵਾ ਘਾਲਣਾ ਵੱਡੀ ਆ ਨਾ, ਜੇ ਇੱਕ ਉਹ ਨਹੀਂ ਪੂਰੇ ਉਤਰ ਸਕੇ ਕਿਸੇ ਪਰਖ ਦੇ ਵਿੱਚ, ਇਹ ਨਹੀਂ ਵੀ ਉਹਨਾਂ ਦੀ ਜ਼ਿੰਦਗੀ ਦੀ ਸਾਰੀ ਸੇਵਾ ਨੂੰ ਆਪਾਂ ਮਨਫੀ ਕਰ ਦਈਏ, ਉਹਨੂੰ ਐਵੇਂ ਲੰਘਾ ਦਈਏ ਵੀ ਬਸ ਇਹਨਾਂ ਤਾਂ ਕੀਤਾ ਹੀ ਕੁਛ ਨਹੀਂ। ਤਾਂ ਜੀ ਡੱਲਾ ਤਾਂ ਬੜਾ ਡਰਪੋਕ ਸੀ, ਉਹ ਤਾਂ ਗੋਲੀ ਦੇ ਨਿਸ਼ਾਨੇ ਦੇ ਅੱਗੇ ਨਾ ਖੜ ਸਕਿਆ। ਇਹ ਤਾਂ ਸਤਿਗੁਰੂ ਨੇ ਜਿਹਦੇ ਉੱਤੇ ਬਖਸ਼ਿਸ਼ ਕਰਨੀ ਆ, ਦਾਤ ਜੋਤ ਖਸਮੈ ਵਡਿਆਈ, ਜਿਹਨੂੰ ਵਡਿਆਈ ਦੇਣੀ ਆ, ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਨੂੰ ਵਡਿਆਈ ਦੇਣੀ ਸੀ ਤੇ ਸਤਿਗੁਰਾਂ ਨੇ ਦੇ ਦਿੱਤੀ। ਭਾਈ ਡੱਲੇ ਦੇ ਨਹੀਂ ਕਰਮਾਂ ਵਿੱਚ ਸੀ ਤੇ ਨਹੀਂ ਉਹ ਕਰ ਸਕਿਆ, ਪਰ ਉਹਨੇ ਸੇਵਾ ਅਤਿਅੰਤ ਕੀਤੀ ਸਤਿਗੁਰੂ ਜੀ ਦੀ। ਤੇ ਉਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਭਾਈ ਡੱਲਿਆ ਤੇਰੀ ਸੇਵਾ ਤੇ ਬੜੇ ਪ੍ਰਸੰਨ ਹੈ, ਤੇ ਮੰਗ ਕੀ ਮੰਗਦਾ ਹੈ? ਭਾਈ ਡੱਲੇ ਨੇ ਹੱਥ ਜੋੜੇ, ਕਹਿਣ ਲੱਗਾ ਮਹਾਰਾਜ ਆਪ ਜੀ ਦਾ ਬਖਸ਼ਿਆ ਹੋਇਆ ਬਹੁਤ ਕੁਝ ਹੈ, ਜੇ ਤਰੁੱਠੇ ਹੋ, ਜੇ ਪ੍ਰਸੰਨ ਹੋਏ ਹੋ, ਜੇ ਨਦਰ ਦੇ ਘਰ ਦੇ ਵਿੱਚ ਆਏ ਹੋ, ਤੇ ਕਿਰਪਾ ਕਰਕੇ ਮੈਨੂੰ ਆਪਣੀ ਸਿੱਖੀ ਬਖਸ਼ ਦਿਓ। ਜਿਸ ਵੇਲੇ ਇਹ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਿੱਖੀ ਬਖਸ਼ਣ ਦਾ ਜਿਹੜਾ ਵਿਧਾਨ ਹੈ ਨਾ, ਹੁਣ ਇਹ ਅਸੀਂ ਇਸ ਤਰ੍ਹਾਂ ਕਰ ਦਿੱਤਾ ਕਿ 5 ਪਿਆਰੇ ਅੰਮ੍ਰਿਤ ਤਿਆਰ ਕਰਨਗੇ ਤੇ ਫਿਰ ਉਹਨਾਂ ਤੋਂ ਗੁਰੂ ਕਾ ਸਿੱਖ ਆਜਿਜ਼ ਬਣ ਕੇ, ਭਿਖਾਰੀ ਬਣ ਕੇ ਖੰਡੇ ਬਾਟੇ ਦੀ ਪਾਹੁਲ ਦੀ ਮੰਗ ਕਰੇਗਾ ਤੇ ਉਹਨੂੰ ਅੰਮ੍ਰਿਤ ਛਕਾਇਆ ਜਾਏਗਾ। ਇਹ 5 ਬਾਣੀਆਂ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪੀ ਸਾਹਿਬ, ਸੰਪੂਰਨ ਆਨੰਦ ਸਾਹਿਬ ਪੜ੍ਹ ਕੇ ਇਹ ਅੰਮ੍ਰਿਤ ਛਕਾਇਆ ਜਾਵੇਗਾ। ਅੰਮ੍ਰਿਤ ਛਕਣਾ, ਇਹ ਗੁਰੂ ਘਰ ਦੇ ਵਿੱਚ ਦਾਖਲਾ ਲੈਣਾ, ਸਿੱਖੀ ਵਿੱਚ ਦਾਖਲ ਹੋਣਾ ਹੈ। ਤੇ ਤੂੰ ਭਾਈ ਸਮੇਤ ਪਰਿਵਾਰ ਅੰਮ੍ਰਿਤ ਛਕ ਲੈ, ਗੁਰੂ ਕੀ ਸਿੱਖੀ ਤੈਨੂੰ ਮਿਲ ਜਾਏਗੀ। ਕਹਿਣ ਲੱਗਾ ਮਹਾਰਾਜ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮੈਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਤੁਹਾਡਾ ਕਿੰਨਾ ਵੱਡਾ ਸਿੱਖ ਹੈ, ਕਿੰਨੀ ਸੇਵਾ ਕਰਦਾ ਹੈ, ਤੁਸੀਂ ਮੇਰੀ ਸੇਵਾ ਤੋਂ ਅਣਜਾਣ ਥੋੜ੍ਹੇ ਹੀ ਹੋ, ਤੁਸੀਂ ਮੇਰੀ ਭਾਵਨਾ ਨੂੰ ਵੀ ਜਾਣਦੇ ਹੋ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਾਂ ਠੀਕ ਹੈ, ਇਹ ਗੱਲ ਤੇਰੀ ਸੇਵਾ ਵੀ ਬਹੁਤ ਵੱਡੀ ਹੈ, ਭਾਵਨਾ ਵੀ ਚੰਗੀ ਹੈ, ਪਰ ਜਿਹੜੀ ਮਰਿਆਦਾ ਬੰਨ੍ਹ ਦਿੱਤੀ ਹੈ ਗੁਰੂ ਦੀ ਮਰਿਆਦਾ, ਉਹ ਤਾਂ ਸਾਰਿਆਂ ਦੇ ਵਾਸਤੇ ਹੀ ਹੈ ਨਾ। ਇਹ ਤਾਂ ਨਹੀਂ ਵੀ ਉਹ ਕੁਝ ਇੱਕ ਸਿੱਖਾਂ ਦੇ ਉੱਤੇ ਲਾਗੂ ਹੁੰਦੀ ਹੈ ਤੇ ਕੁਝ ਇੱਕ ਨੂੰ ਸਤਿਗੁਰੂ ਨੇ ਰਿਆਇਤ ਦੇ ਦਿੱਤੀ ਹੋਵੇ। ਮਰਿਆਦਾ ਸਾਰਿਆਂ ਵਾਸਤੇ ਇੱਕੋ ਹੀ ਹੈ, ਚਾਹੇ ਕੋਈ ਆਮ ਸਿੱਖ ਹੈ, ਗ੍ਰਸਥੀ ਸਿੱਖ ਘਰਾਂ ਵਿੱਚ ਰਹਿਣ ਵਾਲਾ, ਚਾਹੇ ਕੋਈ ਨੌਕਰੀ ਪੇਸ਼ਾ ਹੈ, ਚਾਹੇ ਕੋਈ ਦੇਸ਼ ਵਿੱਚ ਰਹਿੰਦਾ ਹੈ, ਚਾਹੇ ਕੋਈ ਵਿਦੇਸ਼ ਵਿੱਚ ਰਹਿੰਦਾ ਹੈ, ਚਾਹੇ ਕੋਈ ਬੀਬੀ ਹੈ, ਚਾਹੇ ਕੋਈ ਭਾਈ ਹੈ, ਚਾਹੇ ਕੋਈ ਧਰਮ ਅਸਥਾਨ ਦੇ ਉੱਤੇ ਰਹਿਣ ਵਾਲਾ, ਕੋਈ ਸਾਧੂ ਹੈ, ਸੰਤ ਹੈ। ਅੰਮ੍ਰਿਤ ਛਕਣਾ ਔਰ 5 ਕਕਾਰ ਧਾਰਨ ਕਰਨੇ ਹਰ ਇੱਕ ਦੇ ਵਾਸਤੇ ਗੁਰੂ ਦਾ ਹੁਕਮ ਹੈ। ਸਤਿਗੁਰ ਨੇ ਹੁਕਮ ਦਿੱਤਾ ਹੈ। ਸਤਿਗੁਰ ਨੇ ਇਹ ਨਹੀਂ ਆਖਿਆ ਗੁਰੂ ਕੇ ਸਿੱਖੋ ਵੀ ਜੇ ਛਕਣਾ ਹੋਇਆ ਤਾਂ ਛਕ ਲਓ, ਨਹੀਂ ਛਕਣਾ ਤਾਂ ਨਾ ਛਕਿਓ, ਤੁਹਾਡੀ ਮਰਜ਼ੀ ਹੈ। ਸਤਿਗੁਰ ਨੇ ਤਾਂ ਹੁਕਮ ਹੀ ਕਰ ਦਿੱਤਾ। ਪਹਿਲੀ ਰਹਿਤ ਦੇ ਵਿੱਚ ਇਹ ਸ਼ਾਮਲ ਕਰ ਦਿੱਤਾ, ਕਹਿੰਦੇ ਪ੍ਰਥਮ ਰਹਿਤ ਯਹ ਜਾਨ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲੇ। ਹੁਣ ਹੋਰ ਪਾਹੁਲ ਨਹੀਂ ਕੋਈ ਲੈਣ ਦੀ ਲੋੜ ਹੈਗੀ, ਬਸ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇ। ਤੇ ਫਿਰ ਭਾਈ ਡੱਲ ਸਿੰਘ ਨੇ, ਭਾਈ ਡੱਲੇ ਨੇ, ਡੱਲੇ ਚੌਧਰੀ ਨੇ ਅੰਮ੍ਰਿਤ ਛਕਿਆ ਸਮੇਤ ਪਰਿਵਾਰ ਦੇ। ਅੰਮ੍ਰਿਤ ਛਕ ਕੇ ਭਾਈ ਡੱਲੇ ਤੋਂ, ਡੱਲੇ ਚੌਧਰੀ ਤੋਂ ਭਾਈ ਡੱਲ ਸਿੰਘ ਬਣਿਆ। ਅੱਜ ਵੀ ਬਹੁਤ ਗੁਰੂ ਦੀਆਂ ਸੰਗਤਾਂ ਉੱਥੇ ਜਾਂਦੀਆਂ। ਭਾਈ ਡੱਲ ਸਿੰਘ ਨਿਵਾਸ ਜਿੱਥੇ ਘਰ ਹੈ ਭਾਈ ਸਾਹਿਬ ਦਾ, ਉਹਨਾਂ ਦੇ ਘਰ ਵਿੱਚ ਬੇਅੰਤ ਬਖਸ਼ਿਸ਼ਾਂ ਸਤਿਗੁਰੂ ਜੀ ਦੀਆਂ ਪਈਆਂ, ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਆ ਸੰਗਤਾਂ ਨੂੰ। ਜੇ ਤੁਹਾਡਾ ਵੀ ਚੱਕਰ ਲੱਗੇ ਕਦੀ, ਕਿਉਂਕਿ ਤਖਤ ਸ੍ਰੀ ਦਮਦਮਾ ਸਾਹਿਬ ਰੂਟ ਦੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਸਤਿਗੁਰੂ ਗਏ ਆ, ਚੌਥਾ ਤਖਤ ਬਣਦਾ ਸਾਡਾ। ਸਿੱਖਾਂ ਦੇ 5 ਤਖਤ ਆ ਨਾ। ਅੱਜ ਤੇ ਗੁਰਮੁਖ ਪਿਆਰਿਓ, ਇਹ ਵੀ ਬੜੀ ਨਮੋਸ਼ੀ ਦੇ ਨਾਲ ਕਹਿਣਾ ਪੈਂਦਾ ਹੈ, ਸਾਨੂੰ ਸਿੱਖਾਂ ਨੂੰ, ਸਿੱਖਾਂ ਦੇ ਬੱਚਿਆਂ ਨੂੰ 5 ਤਖਤਾਂ ਦੇ ਨਾਮ ਯਾਦ ਨਹੀਂ। ਸਾਨੂੰ ਸਾਡੇ 4 ਗੁਰਧਾਮਾਂ ਦਾ ਪਤਾ ਨਹੀਂ ਕਿਹੜੇ ਹੈ, 5 ਕਕਾਰਾਂ ਦਾ ਪਤਾ ਨਹੀਂ, 4 ਸਾਹਿਬਜ਼ਾਦਿਆਂ ਦੇ ਨਾਮ ਬਿਰਲਿਆਂ ਨੂੰ ਪਤਾ ਹੁੰਦੇ ਆ, 5 ਪਿਆਰਿਆਂ ਦੇ ਨਾਮ ਲੜੀਵਾਰ ਸੁਣਾਉਣੇ ਅੱਜ ਸਾਡੇ ਪੜ੍ਹੇ ਲਿਖੇ ਬੱਚਿਆਂ ਵਾਸਤੇ ਮੁਸ਼ਕਲ ਹੋ ਜਾਂਦੇ ਆ।
ਪਰ ਇਹ ਚੀਜ਼ਾਂ ਸਾਡਾ ਬੇਸ ਹੈ, ਸਾਡਾ ਆਧਾਰ ਹੈ, ਸਾਡਾ ਮੂਲ ਹੈ। ਸੋ ਭਾਈ ਬੇਨਤੀ ਹੈ ਹੱਥ ਜੋੜ ਕੇ ਕਿ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦਿਆ ਕਰੋ। ਦੁਨਿਆਵੀ ਪੜ੍ਹਾਈ ਜਿੰਨੀ ਮਰਜ਼ੀ ਪੜ੍ਹਾਓ, ਕੋਈ ਰੋਕਦਾ ਥੋੜ੍ਹੀ ਹੈ, ਪਰ ਊੜਾ ਤੇ ਜੂੜਾ ਜੇ ਨਾ ਸੰਭਾਲਿਆ ਨਾ, ਸਾਡੀ ਹੋਂਦ ਖਤਮ ਹੋ ਜਾਣੀ ਹੈ। ਅੱਜ ਹੋਂਦ ਦੀ ਉਹੀ ਗੱਲ ਹੈ, ਜ਼ਮੀਨਾਂ ਜਾਇਦਾਦਾਂ ਵਾਲੀ ਵੀ ਸਾਡੇ ਕਿਸਾਨ ਵੀਰੋ ਦਿੱਲੀ ਦੇ ਬਾਰਡਰਾਂ ਦੇ ਉੱਤੇ ਜਾ ਕੇ ਧਰਨੇ ਲਾਈ ਬੈਠੇ ਹੈ, ਤੇ ਗੱਲ ਤਾਂ ਹੋਂਦ ਦੀ ਹੈ। ਸਾਡੀ ਹੋਂਦ ਨੂੰ ਲਲਕਾਰਿਆ ਜਾ ਰਿਹਾ, ਸਾਡੇ ਅਸਤਿਤਵ ਨੂੰ ਮਿਟਾਉਣ ਦੀਆਂ ਗੱਲਾਂ ਹੋ ਰਹੀਆਂ, ਤੇ ਸਾਡੇ ਵਿੱਚ ਜਿਹੜੀ ਸਤਿਗੁਰੂ ਨੇ ਸਪਿਰਿਟ ਭਰੀ ਹੈ ਕਿ ਅਸੀਂ ਜਿਉਂਦੇ ਹਾਂ, ਅਸੀਂ ਜਾਗਦੇ ਹਾਂ, ਤੇ ਉਹ ਸਾਨੂੰ ਉਹਨਾਂ ਦੇ ਗੁਲਾਮ ਨਹੀਂ ਬਣਨ ਦਿੰਦੀ। ਨਹੀਂ ਤਾਂ ਅਸੀਂ ਜ਼ਮੀਨਾਂ ਜਾਇਦਾਦਾਂ ਦਾਨ ਕਰ ਦੇਣੇ, ਉਹਨਾਂ ਨੂੰ ਫੜਾ ਦੇਣੇ ਸੀ, ਭਾਈ ਜੇ ਸਰਕਾਰ ਹੈ ਕਿਵੇਂ ਟੱਕਰ ਲਈਏ, ਜਿਵੇਂ ਇਹਨਾਂ ਦੀ ਮਰਜ਼ੀ ਆ ਕਰ ਲੈਣ। ਪਰ ਅਸੀਂ ਨਹੀਂ ਕਰਦੇ ਉਹਨਾਂ ਦੇ ਨਾਲ ਸਮਝੌਤਾ, ਕੰਪਰੋਮਾਈਜ਼ ਨਹੀਂ ਕਰਦੇ, ਕਿਉਂਕਿ ਸਾਡੇ ਅੰਦਰ ਸਿੱਖੀ ਸਪਿਰਿਟ ਹੈ, ਊੜੇ ਤੇ ਜੂੜੇ ਵਾਲੀ ਭਾਵਨਾ ਸਾਡੇ ਅੰਦਰ ਕਾਇਮ ਹੈ। ਜਿੱਦਣ ਇਹ ਭਾਵਨਾ ਖਤਮ ਹੋ ਗਈ ਗੁਰੂ ਕੇ ਪਿਆਰਿਓ, ਉਦਣ ਸਾਡੀ ਹੋਂਦ ਵੀ ਖਤਮ ਹੋ ਜਾਣੀ ਹੈ। ਊੜਾ ਤੇ ਜੂੜਾ ਇਹਦਾ ਭਾਵ ਕੀ ਹੈ ਕਿ ਕੇਸ ਸਾਡੇ ਸਾਬਤ ਸੂਰਤ ਹੋਣ, ਜੂੜਾ ਸਾਬਤ ਹੋਵੇ। ਇਹ ਨਹੀਂ ਇਕੱਲਾ ਸਿਰ ਦਾ ਜੂੜਾ ਸਾਬਤ ਰੱਖਣਾ ਤੇ ਦਾੜੀ ਕਤਰੀ ਫਿਰੇ ਤੇ ਆਖੇ ਮੈਂ ਸਿੱਖ ਹੈ। ਨਹੀਂ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਬਤ ਸੂਰਤ ਦਸਤਾਰ ਸਿਰਾਂ ਦਾ ਵਿਧਾਨ ਦਿੱਤਾ ਹੈ। ਕੇਸਾਂ ਦੀ ਸੰਭਾਲ ਚੰਗੀ ਤਰ੍ਹਾਂ ਕਰਕੇ ਰੱਖਣੀ। ਔਰ ਇਸੇ ਤਰ੍ਹਾਂ ਊੜਾ ਸੰਭਾਲਣ ਦਾ ਕੀ ਮਤਲਬ ਹੈ? ਅੱਜ ਅਸੀਂ ਬਹੁਤ ਭਾਸ਼ਾਵਾਂ ਦੇ ਵਿੱਚ ਨਿਪੁੰਨ ਹੋ ਸਕਦੇ ਹਾਂ, ਕਿਉਂਕਿ ਬੜੀਆਂ ਭਾਸ਼ਾਵਾਂ ਵਾਸਤੇ ਥਾਂ ਥਾਂ ਤੇ ਜਿਹੜੇ ਹੈਗੇ ਕੋਚਿੰਗ ਸੈਂਟਰ ਖੁੱਲ੍ਹੇ ਹੋਏ ਆ। ਚਾਹੇ ਇੰਗਲਿਸ਼ ਸਿੱਖ ਲਓ, ਫਰੈਂਚ ਸਿੱਖ ਲਓ, ਡੱਚ ਸਿੱਖ ਲਓ, ਜਿਹੜੀ ਮਰਜ਼ੀ ਭਾਸ਼ਾ ਸਿੱਖ ਲਓ। ਬਹੁਤ ਸੁਵਿਧਾਵਾਂ ਅੱਜ ਦੇ ਜ਼ਮਾਨੇ ਵਿੱਚ ਤਾਂ। ਬਾਕੀ ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖੋ, ਕੋਈ ਨੁਕਸ ਨਹੀਂ, ਕੋਈ ਨੁਕਸਾਨ ਨਹੀਂ, ਪਰ ਗੁਰੂ ਕੇ ਸਿੱਖੋ। ਜੇ ਆਪਣੀ ਮਾਂ ਬੋਲੀ ਗੁਰਮੁਖੀ ਤੋਂ, ਪੰਜਾਬੀ ਤੋਂ ਬੇਮੁਖ ਹੋ ਗਏ, ਫਿਰ ਸਾਡੇ ਵਾਸਤੇ ਨੁਕਸਾਨ ਹੀ ਨੁਕਸਾਨ ਹੈ। ਫਿਰ ਭਾਵੇਂ ਜੋ ਮਰਜ਼ੀ ਸਿੱਖਦੇ ਫਿਰੀਏ, ਆਲਮ ਫਾਜ਼ਲ ਬਣੇ ਫਿਰੀਏ ਅਰਬੀ ਫਾਰਸੀ ਪੜ੍ਹ ਕੇ, ਜੇ ਆਪਣੀ ਮਾਂ ਬੋਲੀ ਭੁੱਲ ਗਏ ਤੇ ਸਮਝੋ ਆਪਾਂ ਕੱਖਾਂ ਵਾਂਗ ਰੁੱਲ ਗਏ, ਫਿਰ ਆਪਾਂ ਖਤਮ ਹੈ। ਇਸ ਕਰਕੇ ਭਾਈ ਅੱਜ ਦੇ ਦੀਵਾਨ ਦੇ ਵਿੱਚੋਂ ਇਹ ਬਚਨ ਜ਼ਰੂਰ ਤੁਸੀਂ ਪੱਲੇ ਬੰਨ੍ਹ ਕੇ ਲੈ ਕੇ ਜਾਇਓ। ਆਪੋ ਆਪਣੇ ਬੱਚਿਆਂ ਦੇ ਆਪ ਤੁਸੀਂ ਕੇਸਾਂ ਦੀ ਸੰਭਾਲ ਕਰਨੀ ਹੈ, ਉਹਨਾਂ ਨੂੰ ਸਾਫ਼ ਸੂਰਤ ਬਣਾਉਣਾ ਤੇ ਆਪ ਸਾਫ਼ ਸੂਰਤ ਬਣਨਾ ਹੈ। ਉਹਨਾਂ ਨੂੰ ਜਿੰਨੇ ਮਰਜ਼ੀ ਕਨਵੈਂਟ ਸਕੂਲਾਂ 'ਚ ਪੜ੍ਹਾ ਲਓ, ਜਿੰਨੀਆਂ ਮਰਜ਼ੀ ਇੰਗਲਿਸ਼ ਅਕੈਡਮੀਆਂ ਦੇ ਵਿੱਚ ਪੜ੍ਹਾ ਲਓ, ਪਰ ਉਹਨਾਂ ਨੂੰ ਨਾਲ ਗੁਰਮੁਖੀ ਦੀ ਜਾਂਚ ਵੀ ਸਿਖਾਓ, ਗੁਰਮੁਖੀ ਪੜ੍ਹਨਾ ਸਿਖਾਓ। ਅੱਜ ਵਿਦੇਸ਼ਾਂ ਵਿੱਚ ਬੈਠੇ ਸਿੱਖ ਖੈਰ ਇਸ ਗੱਲ ਤੋਂ ਚਿੰਤਤ ਹੋ ਗਏ ਆ। ਬਹੁਤ ਫੋਨ ਆਉਂਦੇ ਆ, ਬੜਿਆਂ ਦੇ ਨਾਲ ਗੱਲਬਾਤ ਹੁੰਦੀ ਹੈ। ਤੇ ਇੱਕ ਮੈਂ ਹੋਰ ਤੁਹਾਡੀ ਜਾਣਕਾਰੀ ਹਿੱਤ ਦੱਸ ਦੇਵਾਂ ਕਿ ਦਾਸ ਦੇ ਕੋਲ ਤਕਰੀਬਨ 60 ਦੇ ਕਰੀਬ ਵਿਦਿਆਰਥੀ ਜਿਹੜੇ ਆ ਨਾ, ਉਹ ਆਨਲਾਈਨ ਗੁਰਬਾਣੀ ਸੰਥਿਆ ਕਰਦੇ ਆ। ਡੇਲੀ ਅਲੱਗ-ਅਲੱਗ ਸਮੇਂ ਹੈ, ਕਿਉਂਕਿ ਹਰੇਕ ਦੇਸ਼ ਦਾ ਸਮਾਂ ਅਲੱਗ ਹੈ। ਕਈ ਜਗ੍ਹਾ ਰਾਤ ਹੋਈ ਹੁੰਦੀ ਆ, ਆਪਣੇ ਦਿਨ ਹੁੰਦਾ, ਆਪਣੇ ਰਾਤ ਹੁੰਦੀ ਆ ਤਾਂ ਉਧਰ ਦਿਨ ਚੜ੍ਹਿਆ ਹੁੰਦਾ ਹੈ। ਸੋ ਇੱਦਾਂ ਸਮੇਂ ਦਾ ਫਰਕ ਪੈ ਜਾਂਦਾ ਹੈ। ਸੋ ਉਹ ਦਿਨ ਦੇ ਵਿੱਚ ਕਈ ਕਲਾਸਾਂ ਲਾਈ ਦੀਆਂ ਨੇ, ਤੇ ਉਹ 3-4 ਘੰਟੇ ਇਸ ਤਰ੍ਹਾਂ ਸੇਵਾ ਦੇ ਵਿੱਚ ਗੁਰੂ ਕਿਰਪਾ ਦੇ ਨਾਲ ਰੋਜ਼ਾਨਾ ਲੰਘਦੇ ਆ। ਤੇ ਨਿਸ਼ਕਾਮ ਸੇਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਛਲੇ ਵਰੇ 8 ਮਈ 2020 ਤੋਂ ਇਹ ਕਲਾਸਾਂ ਸਟਾਰਟ ਕੀਤੀਆਂ ਸੀ ਤੇ ਨਿਰੰਤਰ ਚੱਲ ਰਹੀਆਂ। ਖੈਰ ਮੈਂ ਇਹ ਤਾਂ ਨਹੀਂ ਕਹਿੰਦਾ ਵੀ 60 ਦੇ 60 ਹੀ ਰੋਜ਼ ਉਹ ਆ ਜਾਂਦੇ ਆ। ਇੱਦਾਂ ਹੀ ਹੁੰਦਾ ਵੀ ਪੜ੍ਹਾਈ ਦੇ ਵਿੱਚ ਕਈ ਚੱਲ ਪੈਂਦੇ ਆ, ਕਈ ਰਹਿ ਜਾਂਦੇ ਆ, ਕਈ ਕੁਝ ਕੁ ਸਿੱਖ ਕੇ ਹਟ ਜਾਂਦੇ ਆ। ਉਹਨਾਂ 60 ਦੇ ਵਿੱਚੋਂ ਤਕਰੀਬਨ ਹੁਣ ਜਿਹੜੇ ਸੰਥਿਆ ਕਰ ਰਹੇ ਆ ਉਹ 15-16 ਵਿਦਿਆਰਥੀ ਹੈ ਜਿਨ੍ਹਾਂ ਨੇ ਸਾਰੀਆਂ ਮਹਿੰਗੀਆਂ ਬਾਣੀਆਂ ਦੀ ਸੰਥਿਆ ਕਰ ਲਈ ਹੈ ਤਕਰੀਬਨ। ਔਰ ਲੜੀਵਾਰ ਟਕਸਾਲੀ ਸੰਥਿਆ ਉਹਨਾਂ ਨੂੰ ਕਰਵਾਈ ਜਾਂਦੀ ਹੈ। ਜੋ ਸਕੂਲਾਂ ਵਾਲੇ ਜ਼ੂਮ ਐਪ ਵਰਤਦੇ ਸਨ ਤੁਹਾਡੇ ਬੱਚਿਆਂ ਨੂੰ ਆ ਲਾਕਡਾਊਨ ਦੇ ਸਮੇਂ ਦੇ ਵਿੱਚ ਪੜ੍ਹਾਉਣ ਦੇ ਵਾਸਤੇ, ਉਸੇ ਜ਼ੂਮ ਐਪ ਦੇ ਉੱਤੇ ਪੜ੍ਹਾਈ ਕਰਾਈ ਜਾਂਦੀ ਹੈ ਗੁਰਮਤਿ ਦੀ। ਤੇ ਗੁਰੂ ਪਿਆਰਿਓ, ਇਹ ਪੜ੍ਹਾਈ ਨਿਰੰਤਰ ਗੁਰੂ ਕਿਰਪਾ ਦੁਆਰਾ ਜਾਰੀ ਹੈ ਤੇ ਹੋਣੀ ਚਾਹੀਦੀ ਹੈ। ਉਹਦੇ ਵਿੱਚ ਮੈਂ ਬੇਨਤੀ ਇਹ ਕਰ ਰਿਹਾ ਸੀ ਕਿ ਆਪਣੇ ਇੱਧਰਲੇ ਬੱਚੇ, ਪੰਜਾਬ ਦੇ, ਹਰਿਆਣੇ ਦੇ, ਰਾਜਸਥਾਨ ਦੇ, ਟਾਟਾ ਨਗਰ ਤੋਂ ਵੀ ਬੱਚੇ ਹੈਗੇ ਨੇ, ਔਰ ਇਸੇ ਤਰ੍ਹਾਂ ਝਾਰਖੰਡ ਤੋਂ ਤੇ ਅਹਿਮਦਾਬਾਦ ਗੁਜਰਾਤ ਤੋਂ ਵੀ ਕੁਝ ਬੱਚੇ ਆ ਉਹਦੇ ਵਿੱਚ ਜਿਹੜੇ ਗੁਰੂ ਕੀ ਬਾਣੀ ਦੀ ਸੰਥਿਆ ਕਰਦੇ ਆ। ਕੈਨੇਡਾ ਤੋਂ ਵੀ ਗੁਰਮੁਖ ਪਿਆਰੇ ਸੰਥਿਆ ਕਰਦੇ ਆ। ਤੇ USA ਦੇ ਬੱਚੇ, ਉੱਥੇ ਦੇ ਬਾਰਨ, ਉੱਥੇ ਦੇ ਜੰਮਪਲ, ਜਿਨ੍ਹਾਂ ਨੂੰ ਇਹ ਨਹੀਂ ਪਤਾ
ਅੱਖਰ ਉਹਨਾਂ ਦੇ ਸਾਹਮਣੇ ਰੱਖ ਦਈਏ ਵੀ ਆ ਊੜਾ ਹੈ ਕਿ ਐੜਾ ਕਿ ਕੀ ਹੈ ਇਹ, ਉਹ ਵੀ ਗੁਰੂ ਕਿਰਪਾ ਦੇ ਨਾਲ ਅੱਜ ਉਹਨਾਂ ਦੀ ਬਾਣੀ ਹੈ ਨਾ ਜਿਹੜੀ, ਉਹ ਲੜੀਵਾਰ ਜਾਪ ਸਾਹਿਬ ਤੇ ਪਾਠ ਕਰ ਰਹੇ ਹੈ, ਜਾਪ ਸਾਹਿਬ ਦਾ ਪਾਠ ਸਿੱਖ ਰਹੇ ਹੈ। ਦੂਜੇ ਜਿਹੜੇ ਪੁਰਾਣੀ ਕਲਾਸ ਸੀ ਉਹ ਸ਼ਲੋਕ ਵਾਰਾਂ ਤੇ ਵਧੇਕ ਲੜੀਵਾਰ ਸੰਥਿਆ ਕਰ ਰਹੇ ਹੈ। ਜਿੱਦਾਂ ਇੱਕ ਤਾਂ ਪਾਦਸ਼ੇਤ ਸੰਥਿਆ ਹੁੰਦੀ ਹੈ, ਅਲੱਗ-ਅਲੱਗ ਅੱਖਰ ਲਿਖੇ ਹੁੰਦੇ ਆ, ਇੱਕ ਹੁੰਦਾ ਵੀ ਇੱਕੋ ਹੀ ਲਾਈਨ ਦੇ ਵਿੱਚ ਸਾਰੇ ਅੱਖਰ, ਉਹਨੂੰ ਕਹਿੰਦੇ ਆਪਾਂ ਲੜੀਵਾਰ ਸਰੂਪ। ਉਹ ਲੜੀਵਾਰ ਸੰਥਿਆ ਕਰਦੇ ਆ ਸਾਰੇ, ਅਰਥਾਂ ਵਿਸ਼ਰਾਮਾਂ ਨੂੰ ਸਮਝ ਕੇ ਕਿੱਥੇ ਜਮਕੀ ਲੱਗਣੀ ਹੈ, ਕਿੱਥੇ ਠਮਕ ਲਾਉਣੀ ਹੈ, ਕਿੱਥੇ ਵਿਸ਼ਰਾਮ ਲਾਉਣਾ ਹੈ, ਕਿੱਥੇ ਪੈਰ ਵਿੱਚ ਹਲੰਤ ਬੋਲਿਆ ਜਾਣਾ ਹੈ, ਕਿੱਥੇ ਅੱਧੇ ਯਈਏ ਦੀ ਆਵਾਜ਼ ਕਿਵੇਂ ਕੱਢਣੀ ਹੈ, ਉਹ ਸਾਰੀਆਂ ਚੀਜ਼ਾਂ ਬਰੀਕੀ ਦੇ ਨਾਲ ਸਿੱਖ ਰਹੇ ਹੈ। ਸੋ ਅਤ ਜ਼ਰੂਰੀ ਵੀ ਹੈ, ਕਿਉਂਕਿ ਉਹ ਲੋਕ ਸੁਚੇਤ ਹੋ ਗਏ ਇਸ ਗੱਲ ਤੋਂ ਕਿ ਸਾਡੀ ਆਹ ਪੀੜ੍ਹੀ ਸਾਡੀ ਇਹ ਗੱਲ ਸਮਝਦੇ ਆ ਥੋੜ੍ਹੀ ਬਹੁਤੀ, ਜਿਹੜੀ ਅਗਾਂਹ ਵਾਲੀ ਪੀੜ੍ਹੀ ਹੈ ਉਹ ਤਾਂ ਫਿਰ ਨਿਰੇ ਪੁਰੇ ਅੰਗਰੇਜ਼ ਹੀ ਬਣ ਜਾਣੇ, ਉਹਨਾਂ ਨੇ ਸਾਡੀ ਗੱਲ ਸਮਝਣੀ ਨਹੀਂ। ਅਸੀਂ ਕਿਵੇਂ ਉਹਨਾਂ ਨੂੰ ਆਪਣੀ ਗੱਲ ਸਮਝਾਵਾਂਗੇ, ਕਿਵੇਂ ਪੰਜਾਬ ਦੀਆਂ ਗੱਲਾਂ ਉਹਨਾਂ ਨੂੰ ਦੱਸਾਂਗੇ, ਆਪਣੇ ਪਿੰਡਾਂ ਦੀਆਂ, ਆਪਣੇ ਪਰਿਵਾਰਾਂ ਦੀਆਂ ਕਿਵੇਂ ਸਾਂਝ ਉਹਨੂੰ ਕਾਇਮ ਰੱਖਾਂਗੇ, ਸਾਂਝ ਨੂੰ। ਇਸ ਕਰਕੇ ਉਹ ਲੋਕ ਚਿੰਤਤ ਹੈ, ਤੇ ਆਪਾਂ ਨੂੰ ਵੀ ਇੱਥੇ ਵਾਲਿਆਂ ਨੂੰ ਵੀ ਚਿੰਤਤ ਹੋਣਾ ਲਾਜ਼ਮੀ ਹੈ, ਕਿਉਂਕਿ ਮਾਹੌਲ ਆਪਣੇ ਵੀ ਉਸੇ ਤਰ੍ਹਾਂ ਦਾ ਬਣਦਾ ਜਾ ਰਿਹਾ ਹੈ। ਸਕੂਲਾਂ ਦੇ ਵਿੱਚ ਤੇ ਕਈ ਵਾਰ ਦੁੱਖ ਹੁੰਦਾ ਹੈ, ਗੁਰੂ ਸਾਹਿਬਾਨਾਂ ਦੇ ਨਾਂ ਤੇ, ਧਾਰਮਿਕ ਨਾਵਾਂ ਦੇ ਨਾਂ ਦੇ ਉੱਤੇ ਸੰਸਥਾਵਾਂ ਸਕੂਲ ਚੱਲਦੇ ਹੁੰਦੇ ਹੈ, ਪਰ ਉਹਨਾਂ ਸਕੂਲਾਂ ਵਿੱਚ ਵੀ ਸਾਡੇ ਬੱਚਿਆਂ ਦੇ ਪੰਜਾਬੀ ਬੋਲਣ ਤੇ ਜੁਰਮਾਨੇ ਲੱਗਦੇ ਹੈ। ਜੇ ਕਿਤੇ ਐਦਾਂ ਦਾ ਕੇਸ ਹੋਵੇ ਉਹਦੇ ਵਿਰੁੱਧ ਆਵਾਜ਼ ਉਠਾਇਆ ਕਰੋ, ਕਿਉਂਕਿ ਸਾਡੀ ਮਾਂ ਬੋਲੀ ਦੀ ਤੋਹੀਨ ਸਾਡੇ ਪੰਜਾਬ ਦੇ ਵਿੱਚ ਹੋਵੇ, ਕਿਵੇਂ ਬਰਦਾਸ਼ਤ ਕਰਾਂਗੇ ਅਸੀਂ। ਇਸ ਕਰਕੇ ਭਾਈ ਊੜਾ ਤੇ ਜੂੜਾ ਦੋਵਾਂ ਨੂੰ ਸੰਭਾਲ ਕੇ ਰੱਖੀਏ, ਤੇ ਫਿਰ ਗੁਰੂ ਕੀ ਖੰਡੇ ਦੀ ਪਾਹੁਲ ਆਪਾਂ ਪ੍ਰਾਪਤ ਕਰੀਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਸਾਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ। ਸਤਿਗੁਰ ਕਹਿੰਦੇ ਪਾਹੁਲ ਗੁਰ ਘਰ ਮੇਲ, ਜਦੋਂ ਪਾਹੁਲ ਲੈਣੀ ਹੈ, ਖੰਡੇ ਕੀ ਪਾਹੁਲ ਪ੍ਰਾਪਤ ਕਰਨੀ ਹੈ, ਅੰਮ੍ਰਿਤ ਛਕਣਾ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਔਰ ਦੂਜਾ ਤੀਜਾ ਜਿਹੜੇ ਕੰਨਾਂ ਵਿੱਚ ਮੰਤਰ ਫੂਕੀ ਜਾਂਦੇ ਆ, ਸਾਡੇ ਕੋਲੇ ਆਓ ਜੀ ਨਾਮ ਸ਼ਬਦ ਲੈ ਲਓ, ਸਾਡੇ ਚੇਲੇ ਬਣ ਜਾਓ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਨਹੀਂ ਪ੍ਰਵਾਨ ਹੋਣਾ। ਉਹਦੇ ਜਿਹੜੇ ਦੇਹਧਾਰੀ ਗੁਰੂ ਆ ਨਾ, ਆਪ ਡੁੱਬੇ ਚਾਹੋਂ ਵੇਦ ਮੈਂ ਚੇਲੇ ਦੀਏ ਬਹਾਏ, ਉਹਨਾਂ ਨੇ ਆਪ ਵੀ ਡੁੱਬਣਾ ਤੇ ਤੁਹਾਨੂੰ ਵੀ ਨਾਲ ਲੈ ਡੁੱਬਣਗੇ। ਇੱਥੇ ਪੂਰਾ ਗੁਰੂ ਧਾਰਨ ਕਰਨਾ ਪੈਣਾ ਹੈ। ਆ ਸਾਡੇ ਨਗਰਾਂ ਦੇ ਵਿੱਚ ਪੁਰਾਤਨ ਸਮੇਂ, ਹੁਣ ਤਾਂ ਖੈਰ ਕੈਂਪਰ ਵਗੈਰਾ ਹੀ ਰੱਖੇ ਹੁੰਦੇ ਆ ਜ਼ਿਆਦਾ, ਵਾਟਰ ਕੂਲਰ ਲੱਗ ਗਏ, ਫਰਿੱਜਾਂ ਦੇ ਵਿੱਚ ਸਿੱਧੀਆਂ ਬੋਤਲਾਂ ਲੱਗੀਆਂ। ਪਹਿਲਾਂ ਜਲ ਛਕਣ ਦੇ ਲਈ ਨਾ ਘੜੇ ਹੁੰਦੇ ਸਨ ਮਿੱਟੀ ਦੇ, ਹੁਣ ਵੀ ਹੈਗੇ ਨੇ, ਖਤਮ ਤਾਂ ਨਹੀਂ ਹੋਏ। ਉਹ ਜਦੋਂ ਬੀਬੀਆਂ ਨੇ ਘੜਾ ਲੈਣਾ ਹੁੰਦਾ ਸੀ ਨਾ, ਘੜਾ ਖਰੀਦਣਾ ਹੁੰਦਾ ਸੀ, ਤਾਂ ਘੜੇ ਵੇਚਣ ਵਾਲਾ ਜਿਹੜਾ ਘੁਮਿਆਰ ਵੀਰ ਆਉਂਦਾ ਸੀ, ਉਹ ਤੋਂ ਘੜਾ ਖਰੀਦਣ ਵੇਲੇ ਬੀਬੀਆਂ ਨਾ ਐ ਟਣਕਾ ਕੇ ਵੇਖਦੀਆਂ ਸੀ ਵੀ ਇਹਦੀ ਆਵਾਜ਼ ਤਿੱਖੀ ਸਹੀ ਨਿਕਲਦੀ ਹੈ, ਕਿਤੇ ਪਿੱਲਾ ਤਾਂ ਨਹੀਂ, ਕਿਤੇ ਕੱਚਾ ਤਾਂ ਨਹੀਂ। ਉਹ 20-25 ਰੁਪਈਆਂ ਦਾ ਘੜਾ ਖਰੀਦਣਾ ਤੇ ਟਣਕਾ ਕੇ ਵੇਖਦਾ ਗੁਰੂ ਕੇ ਸਿੱਖਾ। ਉਹ ਜਦੋਂ ਗੁਰੂ ਧਾਰਨ ਕਰਨਾ ਹੁੰਦਾ ਉਦੋਂ ਕੱਚੇ ਪਿੱਲੇ ਨੂੰ ਧਾਰਨ ਕਰ ਆਉਂਦਾ, ਉਦੋਂ ਵੀ ਵੇਖਿਆ ਕਰ ਪੱਕਾ ਹੈ ਕਿ ਨਹੀਂ। ਉਦੋਂ ਕੰਨਾਂ 'ਚ ਫੂਕਾਂ ਮਰਵਾ ਕੇ ਤੇ ਸਮਝਦਾ ਵੀ ਰੱਬ ਸੌਖਾ ਜਾਂ ਤੇ ਸਸਤਾ ਪ੍ਰਾਪਤ ਹੋ ਜੇ। ਕੰਨਾਂ ਬਾਟੀ ਗੁਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ, ਉਹਨਾਂ ਗੱਲਾਂ ਵਿੱਚ ਹੀ ਉਲਝ ਕੇ ਰਹਿ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪੂਰੇ ਗੁਰੂ ਨੂੰ ਧਾਰਨ ਕਰਨਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਤੇ ਨਹੀਂ ਤਾਂ ਜਿਹੜੇ ਅਧੂਰੇ ਆ ਉਹ ਤਾਂ ਫਿਰ ਆਪ ਡੁੱਬੇ ਚਾਹੋਂ ਵੇਦ ਮੈਂ ਚੇਲੇ ਦੀਏ ਬਹਾਏ। ਉਹਨਾਂ ਨੇ ਆਪ ਵੀ ਡੁੱਬਣਾ ਤੇ ਤੁਹਾਨੂੰ ਵੀ ਲੈ ਡੁੱਬਣਾ। ਕਿੰਨੇ ਡੁੱਬ ਹੀ ਗਏ ਆ ਵੇਖੇ ਹੀ ਹੈ। ਉਹ ਸਰਸੇ ਵਾਲਾ ਗੁਰਮੀਤ ਰਾਮ ਰਹੀਮ ਕਹਾਉਂਦਾ ਸੀ ਆਪਣੇ ਨਾਂ ਨੂੰ, ਇੰਨਾ ਵੱਡਾ ਉਹਨੇ ਕਰ ਰੱਖਿਆ ਸੀ ਨਾਂ ਨੂੰ, ਤੇ ਉਹ ਹਾਲਾਤ ਕੀ ਹੋਏ, ਮਾੜੇ ਕਰਮਾਂ ਦੇ ਕਾਰਨ ਜੇਲ੍ਹਾਂ ਦੇ ਵਿੱਚ ਚਲੇ ਗਿਆ, ਤੇ ਕਿੰਨੇ ਚੇਲੇ ਪੰਚਕੂਲੇ ਕਟਾਤੇ ਉਹਨੇ। ਆ 2-3 ਸਾਲ ਪਹਿਲਾਂ ਦੀ ਗੱਲ ਆ। ਆਪ ਡੁੱਬੇ ਚੋ ਵੇਦ ਮੈਂ ਚੇਲੇ ਦੀਏ ਬਹਾਏ। ਸੋ ਏਦਾਂ ਦੇ ਕੱਚੇ ਪਿੱਲੇ ਗੁਰੂ ਨਾ ਧਾਰਨ ਕਰੀਏ। ਕੰਨਾਂ ਵਿੱਚ ਮੰਤਰ ਜਿਹੜਾ ਵੀ ਦਿੰਦਾ ਹੈ, ਚਾਹੇ ਉਹ ਕੋਈ ਸਿੱਖ ਸੰਤ ਹੀ ਹੈ, ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਫਿਰ, ਜਿਹੜਾ ਆਪ ਗੁਰੂ ਬਣ ਕੇ ਬਹਿੰਦਾ ਹੈ। ਇੱਥੇ ਭਾਵੇਂ ਕੋਈ ਸਿੱਖ ਹੈ, ਭਾਵੇਂ ਕਿਸੇ ਦੇ ਨਾਂ ਨਾਲ ਗਿਆਨੀ ਲੱਗਦਾ ਹੈ, ਕਿਸੇ ਦੇ ਨਾਂ ਨਾਲ ਰਾਗੀ ਲੱਗਦਾ ਹੈ, ਗ੍ਰੰਥੀ ਲੱਗਦਾ ਹੈ, ਸਾਧ ਲੱਗਦਾ ਹੈ, ਸੰਤ ਲੱਗਦਾ ਹੈ, ਸਾਰੇ ਗੁਰੂ ਕੇ ਸਿੱਖ ਹੈ ਤੇ ਮਰਿਆਦਾ ਸਾਰਿਆਂ ਵਾਸਤੇ ਇੱਕੋ ਹੀ ਹੈ। ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲੈਣੀ, 5 ਕਕਾਰਾਂ ਦਾ ਧਾਰਨੀ ਹੋ ਕੇ ਰਹਿਣਾ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਾਹੁਲ ਗੁਰ ਘਰ ਮੇਲ,
ਜਦੋਂ ਗੁਰੂ ਘਰ ਦੇ ਨਾਲ ਮੇਲਾ ਕਰਨਾ, ਪਾਹੁਲ ਲੈਣੀ ਹੈ। ਅੰਮ੍ਰਿਤ ਬਾਰੇ ਤਾਂ ਬਹੁਤ ਸਾਖੀਆਂ, ਬਹੁਤ ਪ੍ਰਮਾਣ ਹੋਰ ਦਿੱਤੇ ਜਾ ਸਕਦੇ ਆ, ਪਰ ਕਿਉਂਕਿ ਆਪਾਂ ਪ੍ਰਸੰਗ ਨੂੰ ਵੀ ਥੋੜਾ ਥੋੜਾ ਅਗਾਂਹ ਤੋਰਦੇ ਜਾਈਏ, ਕਈਆਂ ਦਿਨਾਂ ਤੋਂ ਪ੍ਰਸੰਗ ਰੁਕਿਆ ਹੀ ਹੋਇਆ ਆਪਣਾ, ਸੋ ਇਹਨੂੰ ਥੋੜਾ ਥੋੜਾ ਕਰਕੇ ਅਗਾਂਹ ਵੀ ਤੋਰਦੇ ਜਾਈਏ ਤੇ ਆਪਾਂ ਸੰਖੇਪ ਦੇ ਵਿੱਚ ਹੀ ਵਿਚਾਰ ਕਰੀਏ। ਸਤਿਗੁਰੂ ਕਹਿੰਦੇ ਬਿਸ਼ੰਬਰ ਦਾਸ, ਜਦੋਂ ਗੁਰੂ ਘਰ ਵਿੱਚ ਮੇਲਾ ਹੋਣਾ, ਗੁਰੂ ਘਰ ਦੇ ਨਾਲ ਮੇਲ ਹੋਣਾ, ਬੱਚੇ ਬੱਚੀ ਨੇ ਅੰਮ੍ਰਿਤ ਛਕਣਾ, ਤੇ ਉਸ ਵੇਲੇ ਵੀ ਅਰਦਾਸ ਕਰੀ। ਭਈ ਚਤਰ ਦਸ ਪ੍ਰਥਮ ਕੇ ਕਰ ਅਰਦਾਸ ਸੁਹੇਲ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਨੂੰ, ਇਹਨਾਂ ਅਰਦਾਸਾਂ ਨੂੰ ਗਿਣਦਿਆਂ ਹੋਇਆਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਭਈ ਚਤੁਰਦਸ ਪ੍ਰਥਮ ਕੀ, ਕਹਿੰਦੇ ਹੁਣ ਚਤੁਰ ਚਾਰ ਇਹ ਹੋ ਗਈਆਂ, 10 ਪਹਿਲਾਂ ਪ੍ਰਥਮ ਪਹਿਲਾਂ ਹੋ ਗਈਆਂ, ਇਸ ਤੋਂ ਪਹਿਲਾਂ ਕਰ ਅਰਦਾਸ ਸੁਹੇਲ। ਇਸ ਤਰ੍ਹਾਂ 14 ਅਰਦਾਸਾਂ ਦੀ ਗਿਣਤੀ ਹੋ ਗਈ ਹੁਣ ਤੱਕ। ਕਹਿੰਦੇ ਭਾਈ ਇਹ 14 ਅਰਦਾਸਾਂ ਨਾ ਜਿਹੜੀਆਂ ਇਹ ਗੁਰੂ ਚਰਨਾਂ ਵਿੱਚ ਗੁਰੂ ਕੇ ਸਿੱਖ ਨੇ ਬੜੀ ਸ਼ਰਧਾ ਭਾਵਨਾ ਨਾਲ ਕਰਨੀਆਂ ਹਨ। ਸ੍ਰੀ ਮੁਖ ਵਾਕ 15ਵੀਂ ਸ਼ਾਸਤਰ ਧਾਰਨੇ ਸੇਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਮੁਖਵਾਕ ਜੋ ਸਤਿਗੁਰ ਨੇ ਆਪਣੇ ਸੁਭਾਏਮਾਨ ਮੁਖਾਰਬਿੰਦ ਤੋਂ ਬਚਨ ਉਚਾਰਨ ਕੀਤੇ, 15ਵੀਂ ਅਰਦਾਸ ਦੱਸੀ ਜੋ ਸਤਿਗੁਰ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ਾਸਤਰ ਧਾਰ ਸੇਲ। ਜਿਸ ਵੇਲੇ ਤੁਹਾਡਾ ਬੱਚਾ ਬੱਚੀ ਉਹ ਸ਼ਸਤਰ ਵਿਦਿਆ ਸਿੱਖ ਲੈਂਦਾ, ਸ਼ਸਤਰ ਧਾਰਨ ਕਰਦਾ ਹੈ, ਤੇ ਉਸ ਵੇਲੇ ਵੀ ਅਰਦਾਸ ਕਰਨੀ ਹੈ। ਬਾਜੇ ਪੀਠ ਸਿੰਘ ਅਚਲ ਮੇਲ। ਅਰਦਾਸ ਕੀ ਕਰਨੀ ਹੈ ਕਿ ਹੱਥ ਵਿੱਚ ਇਹ ਨੇਜਾ ਫੜ ਕੇ, ਬਾਜੀ ਪੀਠ, ਬਾਜੀ ਨਾਮ ਹੈ ਘੋੜੇ ਦਾ, ਘੋੜੇ ਦੀ ਪਿੱਠ ਦੇ ਉੱਤੇ ਅਸਵਾਰੀ ਕਰਨ ਦੇ ਲਈ ਬੈਠ ਗਿਆ, ਹੱਥ ਵਿੱਚ ਨੇਜਾ ਫੜਿਆ, ਸਿੰਘ ਅਚਲ ਮੇਲ। ਇਹ ਅਚਲ ਰਹੇ, ਹਿੱਲੇ ਨਾ, ਡੋਲੇ ਨਾ, ਘੋੜੇ ਦੇ ਉੱਤੇ ਕਿਤੇ ਚੜਨ ਲੱਗਿਆ ਨਾ ਡਿੱਗ ਪਵੇ, ਕਿਤੇ ਨੂੰ ਕੋਈ ਸੱਟ ਨਾ ਲੱਗ ਜਾਵੇ, ਇਹ ਮਤਾ ਕਿਤੇ ਨੇਜਾ ਇਹਦੇ ਆਪਣੇ ਹੀ ਨਾ ਵੱਜ ਜਾਵੇ। ਸੋ ਗੁਰੂ ਕੇ ਸਿੱਖ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਸ਼ਸਤਰ ਧਾਰਨ ਕਰਨ ਵੇਲੇ, ਘੋੜ ਅਸਵਾਰੀ ਕਰਨ ਦੇ ਵੇਲੇ, ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਮੇਰੀ ਸਹਾਇਤਾ ਕਰੋ। 16ਵੀਂ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਦੱਸ ਰਹੇ ਹਨ। ਮ੍ਰਿਤ ਦੁਸ਼ਟ ਮੇਲ ਹੋਏ ਸਾਤਰ ਪੇਰ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੰਗਲ ਦੇ ਵਿੱਚ ਗਿਆ ਹੋਵੇ, ਕਿਤੇ ਉਜਾੜ ਬਿਆਬਾਨ ਵਿੱਚ ਗੁਰੂ ਕਾ ਸਿੱਖ, ਤੇ ਅੱਗੇ ਉਹਨੂੰ ਕੋਈ ਮ੍ਰਿਗ ਦੁਸ਼ਟ ਮੇਲ, ਕੋਈ ਜਾਨਵਰ ਜਿਹੜਾ ਹਿੰਸਕ ਪਸ਼ੂ ਮਿਲ ਜਾਏ, ਕੋਈ ਬਘਿਆੜ ਸ਼ੇਰ ਆਦਿਕ ਦੇ ਨਾਲ ਮਿਲਾਪ ਹੋ ਜਾਏ, ਸਾਹਮਣਾ ਹੋ ਜਾਏ, ਟਾਕਰਾ ਹੋ ਜਾਏ, ਤੇ ਹੋਏ ਸ਼ਸਤਰ ਪੇਲ। ਫਿਰ ਸ਼ਸਤਰ ਚਲਾਉਣ ਲੱਗਿਆਂ ਵੀ ਗੁਰੂ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਕੇ ਸ਼ਸਤਰ ਨੂੰ ਪੇਲ ਦਿਓ। ਕਹਿੰਦੇ ਸ਼ਸਤਰ ਚਲਾ ਲਓ, ਉੱਥੇ ਚਲਾ ਦਿਓ ਜੇ ਤੁਹਾਡਾ ਨੁਕਸਾਨ ਕਰਨ ਆਉਂਦਾ ਉਹ ਜਾਨਵਰ। ਸੋ ਉਹਦਾ ਸ਼ਿਕਾਰ ਕਰਨ ਵੇਲੇ ਜੰਗਲੀ ਜਾਨਵਰ ਦਾ ਜਿਹੜਾ ਤੁਹਾਡੇ ਤੇ ਹਮਲਾਵਰ ਹੋ ਕੇ ਆਉਂਦਾ ਹੈ, ਉਹਦੇ ਉੱਤੇ ਸ਼ਸਤਰ ਚਲਾਉਣ ਸਮੇਂ ਵੀ ਅਰਦਾਸ ਕਰ। 17ਵੀਂ ਅਰਦਾਸ ਕੀ ਕਰਨੀ ਹੈ? ਤਬ ਪ੍ਰਸਾਦ ਦੁਖ ਦੂਰ ਸੁਖਿਆਦ। ਕਹਿੰਦੇ ਇਹ ਤਬ ਪ੍ਰਸਾਦ ਮਹਾਰਾਜ ਤੇਰੀ ਪ੍ਰਸਾਦ ਨਾਮ ਹੈ ਕਿਰਪਾ ਦਾ, ਤੇਰੀ ਕਿਰਪਾ ਬਣੀ ਰਹੇ। ਕਿਉਂਕਿ ਪ੍ਰਸਾਦ ਜਿਹੜਾ ਆਪਾਂ ਕੜਾਹ ਪ੍ਰਸ਼ਾਦ ਵੀ ਕਰਾਉਂਦੇ ਆ ਨਾ, ਕੜਾਹ ਪ੍ਰਸ਼ਾਦ ਆਪਾਂ ਲੈਂਦੇ ਆ ਤੇ ਆਪਾਂ ਸਤਿਗੁਰੂ ਦੀ ਕਿਰਪਾ ਲੈ ਕੇ ਜਾਂਦੇ ਆ। ਪ੍ਰਸ਼ਾਦ ਤੇ ਪ੍ਰਸਾਦ ਜਦੋਂ ਆਪਾਂ ਗੁਰਬਾਣੀ ਵਿੱਚ ਪੜ੍ਹਨਾ ਤੇ ਸੱਸੇ ਨਾਲ ਸਿੰਪਲ ਜਿਵੇਂ ਲਿਖਿਆ ਇਹਦਾ ਜਿਹੜਾ ਵਾਸਤਵਿਕ ਰੂਪ ਹੈ ਉਸੇ ਤਰ੍ਹਾਂ ਇਹਨੂੰ ਬੋਲਣਾ। ਪੜ੍ਹਨ ਲੱਗਿਆ ਪ੍ਰਸ਼ਾਦ ਨਹੀਂ ਕਹਿਣਾ, ਉੱਥੇ ਪ੍ਰਸਾਦ ਹੀ ਆਊਗਾ। ਜੋ ਮੁੱਢਲਾ ਸਰੂਪ ਆ ਅੱਖਰਾਂ ਦਾ, ਗੁਰਮੁਖੀ ਅੱਖਰਾਂ ਦਾ, ਗੁਰਬਾਣੀ ਦਾ ਇਹ ਨਿਯਮ ਹੈ ਕਿ ਉੱਥੇ ਸੰਪਰਦਾਵਾਂ ਟਕਸਾਲਾਂ ਨੂੰ ਸਿਖਾਇਆ ਜਾਂਦਾ ਕਿ ਜਿਵੇਂ ਪਾਠ ਲਿਖਿਆ ਇਨ ਬਿਨ ਉਸੇ ਤਰ੍ਹਾਂ ਦਾ ਉਚਾਰਨ ਕਰਨਾ। ਤੇ ਜੇਕਰ ਆਪਾਂ ਪ੍ਰਸਾਦ ਦੀ ਜਗ੍ਹਾ ਪ੍ਰਸ਼ਾਦ ਕਰ ਦਿੰਦੇ ਤੇ ਪ੍ਰਸ਼ਾਦ ਛਕਣ ਵਾਲਾ ਪ੍ਰਸ਼ਾਦਾ ਇਤਿਆਦਿਕ ਉਹਦਾ ਅਰਥ ਬਣ ਜਾਂਦਾ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਤੇ ਪ੍ਰਸਾਦ ਨਾਮ ਹੈ ਕਿਰਪਾ ਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਕਿ 17ਵੀਂ ਅਰਦਾਸ ਕਰਨੀ ਹੈ ਤਬ ਪ੍ਰਸਾਦ ਮਹਾਰਾਜ ਤੁਹਾਡੀ ਕਿਰਪਾ ਵਰਤੇ। ਮੈਂ ਜਦੋਂ ਕੋਈ ਭੋਜਨ ਪ੍ਰਸ਼ਾਦ ਛਕਣ ਲੱਗਾ, ਰਹਿਤਨਾਮੇ ਦੇ ਵਿੱਚ ਵੀ ਵਚਨ ਆਉਂਦੇ ਹੈ ਤਬ ਪ੍ਰਸਾਦ ਕਹਿ ਮੁਖ ਮੈਂ ਪਾਵੈ। ਜਦੋਂ ਭੋਜਨ ਪ੍ਰਸ਼ਾਦਾ ਮੁਖ ਦੇ ਵਿੱਚ ਪਾਉਣਾ, ਗਰਾਹੀ ਪਾਉਣੀ ਹੈ, ਬੁਰਕੀ ਪਾਉਣੀ ਹੈ, ਉਸ ਤੋਂ ਪਹਿਲਾਂ ਤਬ ਪ੍ਰਸਾਦ ਗੁਰ ਪ੍ਰਸਾਦ ਭਰਮ ਕਾ ਨਾਸ, ਇਹ ਅਰਦਾਸ ਕਰਨੀ ਹੈ। ਜਿਵੇਂ ਗੁਰੂ ਕੇ ਸਿੱਖ ਅਰਦਾਸ ਕਰਦੇ ਆ ਜਿਹੜੇ ਮਰਿਆਦਾ ਤੋਂ ਜਾਣੂ ਹੈ,
ਪ੍ਰਸ਼ਾਦਾ ਛਕਣ ਤੋਂ ਪਹਿਲਾਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿਨ ਦੇ ਟੋਟ ਨਾ ਆਵਈ ਅਗਨਤ ਭਰੇ ਭੰਡਾਰ। ਇਹ ਵੀ ਪਾਠ ਧਿਆਨ ਮੰਗਦਾ, ਇਹਨੂੰ ਕਈ ਅਗਨਤ ਪਾਠ ਕਰਦੇ ਆ। ਇਹ ਭਾਈ ਅਗਨਤ ਐੜਾ ਚੱਕ ਕੇ ਡੈਸ਼ ਲਾ ਕੇ ਪਿੱਛੇ ਗਣਤ ਜਿਹੜਾ ਗਿਣਤੀ ਤੋਂ ਰਹਿਤ ਹੈ, ਭਾਵ ਬੇਸ਼ੁਮਾਰ ਜੀ ਦੇ ਭੰਡਾਰੇ ਭਰੇ ਹੋਏ ਆ। ਸੁਖਮਨੀ ਸਾਹਿਬ ਦੇ ਵਿੱਚ ਵੀ ਮੈਂ ਬੀਬੀਆਂ ਨੂੰ ਖਾਸ ਕਰਕੇ ਬੇਨਤੀ ਕਰਦਾ, ਜਿਹੜੀਆਂ ਬੀਬੀਆਂ ਵੱਡੇ ਭਾਗਾਂ ਵਾਲੀਆਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨਾ, ਸੁਖਮਨੀ ਸਾਹਿਬ ਦੇ ਵਿੱਚ ਵੀ ਅਗਨਤ ਪਾਠ ਆਉਂਦਾ, ਉੱਥੇ ਵੀ ਅਗਨਤ ਨਹੀਂ ਕਰਨਾ, ਕਿਉਂਕਿ ਕਈ ਵਾਰ ਸੰਥਿਆ ਨਹੀਂ ਕੀਤੀ ਹੁੰਦੀ ਤੇ ਉੱਦਾਂ ਪ੍ਰੇਮ ਦੇ ਵਿੱਚ ਬੀਬੀਆਂ ਪਾਠ ਕਰਦੀਆਂ ਤੇ ਪਾਠ ਦਾ ਉਚਾਰਨ ਗਲਤ ਹੋ ਜਾਂਦਾ ਹੈ। ਅਗਨਤ ਦਾ ਕੋਈ ਅਰਥ ਨਹੀਂ ਬਣਦਾ। ਅਗਨਤ ਜੋ ਗਿਣਤੀ ਤੋਂ ਰਹਿਤ ਹੈ, ਬੇਸ਼ੁਮਾਰ ਹੈ, ਜਿਹਨੂੰ ਸ਼ੁਮਾਰ ਨਹੀਂ ਕੀਤਾ ਜਾ ਸਕਦਾ, ਗਿਣਿਆ ਨਹੀਂ ਜਾ ਸਕਦਾ। ਸੋ ਗੁਰੂ ਕੇ ਸਿੱਖ ਜਿਹੜੇ ਭਾਵਨਾ ਵਾਲੇ, ਉਹ ਪ੍ਰਸ਼ਾਦਾ ਛਕਣ ਵੇਲੇ ਅਰਦਾਸਾਂ ਕਰਦੇ ਆ ਤੇ ਹਰ ਇੱਕ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ। ਜੇ ਬਹੁਤੇ ਸ਼ਬਦ ਨਹੀਂ ਕੰਠ ਨਾ ਤਾਂ ਘੱਟੋ ਘੱਟ ਤਪ ਪ੍ਰਸਾਦ ਜ਼ਰੂਰ ਕਹਿ ਦੇਣਾ ਚਾਹੀਦਾ, ਜਾਂ ਸਿੱਧਾ ਇੱਦਾਂ ਕਹਿ ਲਓ, ਮਹਾਰਾਜ ਤੇਰੀ ਕਿਰਪਾ ਦੇ ਨਾਲ ਭੋਜਨ ਪ੍ਰਸ਼ਾਦਾ ਪ੍ਰਾਪਤ ਹੋਇਆ, ਸਾਰਿਆਂ ਨੂੰ ਬਖਸ਼ੀ। ਇਹਨਾਂ ਦਾ ਸਾਰੇ ਕਹਿ ਹੀ ਸਕਦੇ ਆ ਨਾ, ਕਿਉਂਕਿ ਅਰਦਾਸ ਜਿਹੜੀ ਆ ਕੋਈ ਫਾਰਮੈਲਿਟੀ ਤਾਂ ਹੈ ਨਹੀਂ ਗੁਰਮੁਖ ਪਿਆਰਿਓ ਕਿ ਗਿਣੇ ਚੁਣੇ ਸ਼ਬਦ ਹੀ ਕਹਿਣੇ ਆ। ਅਰਦਾਸ ਤਾਂ ਉਹ ਆ ਜਿਹੜੀ ਸਾਡੇ ਧੁਰ ਅੰਦਰੋਂ ਆਵਾਜ਼ ਨਿਕਲੇ, ਹੂਕ ਨਿਕਲੇ, ਉਹਨੂੰ ਅਰਦਾਸ ਕਿਹਾ ਜਾਂਦਾ ਹੈ। ਉਹ ਜ਼ਰੂਰੀ ਨਹੀਂ ਕਿ ਆਪਾਂ ਉਹਨੂੰ ਲਫ਼ਜ਼ਾਂ ਦੇ ਵਿੱਚ ਲੱਛੇਦਾਰ ਸ਼ਬਦਾਂ ਦੇ ਵਿੱਚ ਹੀ ਬੰਨ੍ਹ ਕੇ ਕਰਨਾ। ਹਾਂ, ਸੰਗਤੀ ਅਰਦਾਸ ਜਦੋਂ ਹੁੰਦੀ ਹੈ ਉਦੋਂ ਮਰਿਆਦਾ ਮੁਤਾਬਕ, ਜਿਹੜੀ ਰਹਿਤ ਮਰਿਆਦਾ ਵਿੱਚ ਅਰਦਾਸ ਲਿਖੀ ਹੈ, ਉਵੇਂ ਕਰਨੀ ਚਾਹੀਦੀ ਹੈ। ਔਰ ਅਰਦਾਸ ਦਾ ਐਡਾ ਵੱਡਾ ਮਹਾਤਮ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਚੰਡੀ ਦੀ ਵਾਰ ਦੇ ਪਾਠ ਦੀ ਪਹਿਲੀ ਪੌੜੀ ਸਾਨੂੰ ਅਰਦਾਸ ਦੇ ਰੂਪ ਦੇ ਵਿੱਚ ਬਖਸ਼ਿਸ਼ ਕਰ ਦਿੱਤੀ, ਜਿਹੜੀ ਪੜ੍ਹਦੇ ਆ ਨਾ ਆਪਾਂ, ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਇਹ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਤੇ ਇਹਦੇ ਵਿੱਚ ਜਿਵੇਂ ਪਾਠ ਲਿਖਿਆ ਹੋਵੇ ਉਵੇਂ ਹੀ ਕਰਨਾ ਚਾਹੀਦਾ। ਕਈ ਵਾਰੀ ਸ਼ਰਧਾ ਵਸ ਜਾਂ ਅਣਜਾਣਪੁਣੇ ਵਿੱਚ ਅਰਦਾਸੀਆ ਸਿੰਘ ਆਪਣੇ ਕੋਲੋਂ ਜੀ ਸ਼ਬਦ ਵੱਧ ਲਾ ਦਿੰਦਾ, ਗੁਰ ਸ਼ਬਦ ਵੱਧ ਲਾ ਦਿੰਦਾ, ਹਾਲਾਂਕਿ ਉਹ ਆਪਣੇ ਵੱਲੋਂ ਸਤਿਕਾਰ ਕਰ ਰਿਹਾ ਹੁੰਦਾ ਹੈ। ਪਰ ਗੁਰੂ ਕੇ ਸਿੱਖੋ, ਇਹ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਗੁਰੂ ਕੀ ਬਾਣੀ ਦੇ ਵਿੱਚ ਕੋਈ ਘਾਟਾ ਵਾਧਾ ਕਰੇ। ਲਿਖਤੀ ਰੂਪ ਵਿੱਚ ਘਾਟਾ ਵਾਧਾ ਨਹੀਂ ਕਰ ਸਕਦਾ ਕੋਈ, ਨਾ ਹੀ ਉਹਦਾ ਜਿਹੜਾ ਅਸਲ ਸਰੂਪ ਆ ਉਹਨੂੰ ਵਿਗਾੜ ਕੇ ਬੋਲਿਆ ਜਾ ਸਕਦਾ। ਇਸ ਕਰਕੇ ਜਿਹੜੀ ਅਰਦਾਸ ਦੀ ਪਹਿਲੀ ਪੌੜੀ ਹੈ, ਚੰਡੀ ਦੀ ਵਾਰ ਦੀ ਪਹਿਲੀ ਪੌੜੀ, ਉਹਦਾ ਪਾਠ ਇਨ ਬਿਨ ਕਰੋ। ਬਾਕੀ ਅਰਦਾਸ ਜਿਹੜੀ ਪੰਥ ਖਾਲਸੇ ਨੇ, ਵਿਦਵਾਨਾਂ ਮਹਾਂਪੁਰਖਾਂ ਨੇ ਬਣਾਈ ਹੋਈ ਹੈ, ਉਹ ਚਲੋ ਜੇ ਅਗਾਂਹ ਪਿਛਾਂਹ ਹੋਈ ਜਾਵੇ ਤਾਂ ਉਹਦੇ ਨਾਲ ਕੋਈ ਜ਼ਿਆਦਾ ਇਹ ਭਰਮ ਨਹੀਂ ਕਰਨਾ ਚਾਹੀਦਾ। ਵੈਸੇ ਕਰਨੀ ਜੇ ਇਕਸਾਰ ਹੋਵੇ, ਇੱਕੋ ਹੀ ਅਰਦਾਸ ਹੋਵੇ ਤਾਂ ਬਹੁਤ ਵਧੀਆ ਗੱਲ ਹੈ। ਇੱਕੋ ਜਿਹੀ ਅਰਦਾਸ ਸਾਰੇ ਜਗ੍ਹਾ ਹੁੰਦੀ ਹੋਵੇ ਤੇ ਚੰਗੀ ਗੱਲ ਹੈ। ਤੇ ਅਰਦਾਸ ਦੇ ਜਿਹੜੇ ਲਫ਼ਜ਼ ਹੈ ਸੰਗਤੀ ਰੂਪ ਦੇ ਵਿੱਚ ਇਹੋ ਹੋਣੇ ਚਾਹੀਦੇ, ਜਿਹੜੀ ਰਹਿਤ ਮਰਿਆਦਾ ਵਾਲੀ ਹੈ। ਜਿੱਦਾਂ ਪ੍ਰਸ਼ਾਦਾ ਛਕਣਾ, ਸੰਖੇਪ ਅਰਦਾਸ ਕਰਨੀ ਹੈ, ਉਦੋਂ ਆਪਾਂ ਇੰਨਾ ਵੀ ਕਹਿ ਸਕਦੇ ਹਾਂ ਕਿ ਗੁਰੂ ਮਹਾਰਾਜ ਜੀ ਤੁਹਾਡੀ ਕਿਰਪਾ ਦੇ ਨਾਲ ਅੰਨ ਭੋਜਨ ਪ੍ਰਸ਼ਾਦਾ ਪ੍ਰਾਪਤ ਹੋਇਆ ਤੇ ਸਾਰੀ ਦੁਨੀਆ ਨੂੰ ਇਸੇ ਤਰ੍ਹਾਂ ਰਿਜ਼ਕ ਬਖਸ਼ੀ। ਇਹ ਜ਼ਰੂਰ ਧਿਆਨ ਰੱਖਿਆ ਕਰੋ, ਪ੍ਰਸ਼ਾਦਾ ਛਕ ਕੇ ਵੀ ਉਹਦਾ ਸ਼ੁਕਰਾਨਾ ਕਰਨਾ ਕਿ ਸਤਿਗੁਰੂ ਜੀ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੇ, ਉਹਦੇ ਸ਼ੁਕਰਗੁਜ਼ਾਰ ਹੋਣਾ, ਇਹ ਅਰਦਾਸ ਹੈ। ਤੇ ਜਿਹੜੀ ਧੁਰ ਅੰਦਰੋਂ ਨਿਕਲੇ, ਹੋਤੀ ਹੈ ਮਨਜ਼ੂਰ ਦੁਆ ਜੋ ਦਿਲ ਸੇ ਹੋਤੀ ਹੈ, ਪਰ ਮੁਸ਼ਕਿਲ ਤੋਂ ਇਹ ਹੈ ਕਿ ਇਹ ਬੜੀ ਮੁਸ਼ਕਿਲ ਸੇ ਹੋਤੀ ਹੈ। ਅਰਦਾਸ ਸਾਡੀ ਪ੍ਰਵਾਨ ਹੁੰਦੀ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਪਰ ਸਾਨੂੰ ਅਰਦਾਸ ਕਰਨੀ ਆ ਜਾਵੇ। ਅਰਦਾਸ ਕਿਵੇਂ ਕਰਨੀ ਹੈ, ਕਿੱਦਾਂ ਕਰਨੀ ਹੈ, ਕਦੋਂ ਕਰਨੀ ਹੈ, ਬਾਕੀ ਅਰਦਾਸਾਂ ਹੋਰ ਜਿਹੜੀਆਂ ਕਿਵੇਂ ਆਉਣਗੀਆਂ ਅੱਗੇ, ਇਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਅੱਗੇ ਇਤਿਹਾਸ ਦੀ ਲੜੀ ਨੂੰ ਜੋੜਦਿਆਂ ਹੋਇਆਂ ਹੁਣ ਆਓ ਸਮਾਪਤੀ ਦਾ ਸਮਾਂ ਹੋ ਗਿਆ ਹੈ ਤੇ ਆਪਾਂ ਇੱਥੇ ਵਿਚਾਰਾਂ ਨੂੰ ਵਿਸ਼ਰਾਮ ਦਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਤੇ ਬੇਨਤੀ ਕਰੀਏ ਤਪ ਪ੍ਰਸਾਦ 17ਵੀਂ ਅਰਦਾਸ, ਦੁੱਖ ਦੂਰ ਸੁੱਖ ਆਦ। ਮਹਾਰਾਜ ਸੱਚੇ ਪਾਤਸ਼ਾਹ ਜੀ ਦੁੱਖ ਦੂਰ ਹੋਣ, ਦੁੱਖਾਂ ਦਾ ਨਾਸ਼ ਹੋਵੇ ਤੇ ਸੁੱਖਾਂ ਦਾ ਆਦ ਉਤਪਤੀ ਹੋਵੇ, ਸੁੱਖ ਪ੍ਰਗਟ ਹੋਣ, ਸੁੱਖ ਪੈਦਾ ਹੋਣ। ਇਹ ਅਰਦਾਸ ਬੇਨਤੀ 17ਵੀਂ ਕਰਨੀ। ਸਤਿਗੁਰ ਸੱਚੇ ਪਾਤਸ਼ਾਹ ਬਿਸ਼ੰਬਰ ਦਾਸ ਉਜੈਨੀਏ ਸਿੱਖ ਨੂੰ ਦੱਸ ਰਹੇ ਹੈ। ਉਹ ਸਾਰੇ ਵਾਰਤਾਲਾਪ ਨੂੰ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਲਿਖਿਆ ਹੈ, ਆਪਾਂ ਸੰਖੇਪ ਅੱਖਰੀ ਅਰਥ ਉਹਦੇ ਕੀਤੇ ਹੈ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਆਓ ਜੀ ਆਪਾਂ ਸਮਾਪਤੀ ਦੀਆਂ ਦੋ ਤੁਕਾਂ ਪੜ੍ਹ ਕੇ ਉਪਰੰਤ ਗੁਰਫਤਿਹ ਵਿੱਚ ਸ਼ਾਮਲ ਹੋਣਾ ਸਮਾਪਤੀ ਕਰੀਏ ਜੀ। ਤਪ ਪ੍ਰਸਾਦ ਦੁੱਖ ਦੂਰ ਸੁਖ ਆਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।